ਅੱਜ ਆਪਾਂ 320 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਜਿਹੜੀ ਪੰਜਵੀਂ ਪਾਤਸ਼ਾਹੀ ਦੇ ਦੀਵਾਰ ਗੌੜੀ ਰਾਗ ਦੇ ਵਿੱਚ ਉਹਦੀ 10ਵੀਂ ਪੌੜੀ ਲੈ ਰਹੇ ਹਾਂ। 9 ਪੌੜੀਆਂ ਹੋ ਗਈਆਂ ਸੀਗੀਆਂ, ਇਹ 10ਵੀਂ ਪੌੜੀ ਹੈਗੀ। ਇਹ ਪੌੜੀਆਂ ਜਿਹੜੀਆਂ ਹੈਗੀਆਂ ਆਪਾਂ ਨੂੰ ਜਿਹੜੀ ਹੈਗੀ ਆ ਗਿਆਨ ਦਿੰਦੀਆਂ ਆ, ਔਰ ਉਹ ਗਿਆਨ ਜਿਹੜਾ ਹੈਗਾ ਐਸੇ ਤਰੀਕੇ ਨਾਲ ਇਸ ਗਿਆਨ ਨੂੰ ਇਹ ਜਿਹੜੀ ਗੁਰੂ ਦੀ ਮੱਤ ਹੈਗੀ ਇਹਦੇ 'ਤੇ ਅਮਲ ਕਰਕੇ ਆਪਾਂ ਜਿਹੜੇ ਹੈਗੇ ਆਪਣੇ ਜੀਵਨ ਦੀਆਂ ਵੀ ਪੌੜੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਆਪਣੀ ਆਤਮਾ ਵੱਲ ਨੂੰ ਜਾਂਦੀਆਂ ਆ, ਉਸ ਰਸਤੇ ਦੇ ਉੱਤੇ ਜਿਹੜੇ ਹੈਗੇ ਆਪਾਂ ਚੱਲ ਕੇ ਔਰ ਆਪਣੀ ਮੰਜ਼ਿਲ ਨੂੰ ਪਾ ਸਕਦੇ। ਸ਼ਲੋਕ ਮਹੱਲਾ ਪੰਜਵਾਂ, ਅੰਗ 320 320। ਸਤਿਗੁਰ ਪੂਰੈ ਸੇਵੈ ਦੁੱਖਾਂ ਕਾ ਹੋਏ ਨਾਸ। ਇੱਥੇ ਦੇਖੋ, ਇਹ ਜਿਹੜਾ ਸੇਵੀਏ ਵੀ ਹੋ ਸਕਦਾ ਔਰ ਸੇਵੇ ਵੀ ਹੋ ਸਕਦਾ ਹੈ। ਇਹ ਜਿਹੜਾ ਹੈਗਾ ਇਹ ਭੇਦ ਜਿਹੜਾ ਹੈਗਾ ਇਹ ਨਿਯਮ ਜਿਹੜਾ ਹੈਗਾ ਇਹ ਗੁਰਬਾਣੀ ਦਾ ਜਿਹੜਾ ਹੈਗਾ ਆਪਾਂ ਨੂੰ ਪਤਾ ਹੋਣਾ ਚਾਹੀਦਾ। ਜਿੱਥੇ ਜਿਹੜਾ ਹੈਗਾ ਵਿਚਾਲੇ ਅੱਖਰ ਜਿਹੜਾ ਹੈਗਾ 3 ਅੱਖਰ ਹੁੰਦੇ, ਉਹਨੇ ਵਿੱਚ ਵਿਚਾਲੇ ਅੱਖਰ ਨੂੰ ਜਿੱਥੇ ਬਿਹਾਰੀ ਲੱਗੀ ਹੋਏ, ਹਿੰਦੀ ਦੇ ਵਿੱਚ ਜਿਹੜੀ ਵੱਡੀ ਈ ਦੀ ਮਾਤਰਾ ਲੱਗੀ ਹੋਏ ਉਹਨੂੰ ਆਪਾਂ ਸੇਵੀਏ ਪੜਾਂਗੇ, ਅਤੇ ਜਿੱਥੇ ਹੁਣ ਜਿਹੜਾ ਇੱਥੇ ਛੋਟੀ ਈ ਦੀ ਮਾਤਰਾ ਲੱਗੀ ਹੋਈ ਆ, ਸਿਆਰੀ ਲੱਗੀ ਹੋਈ ਆ ਪੰਜਾਬੀ ਦੇ ਵਿੱਚ, ਇਹਨੂੰ ਆਪਾਂ ਸੇਵੈ ਪੜਾਂਗੇ। ਜਿਵੇਂ ਆਪਣਾ ਆਉਂਦਾ ਹੈ ਜਪ ਬਾਣੀ ਦੇ ਵਿੱਚ ਮੰਨੈ ਤੇ ਮੰਨੀਏ ਮਤਲਬ ਜੇ ਆਪਾਂ ਮੰਨੀਏ ਮਤਲਬ ਬਈ ਗੁਰੂ ਮਹਾਰਾਜ ਕਹਿ ਰਿਹਾ ਇਸ ਗੱਲ ਨੂੰ ਮੰਨੀਏ, ਸਾਡੀ ਮਰਜ਼ੀ ਹੈ ਮੰਨੀਏ ਚਾਹੇ ਨਾ ਮੰਨੀਏ। ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਗਿਆਨ ਦੇ ਰਹੇ ਆ, ਅਤੇ ਜੇ ਇੱਥੇ ਸੇਵੀਏ ਹੁੰਦਾ ਉਹਦਾ ਮਤਲਬ ਹੋਣਾ ਸੀਗਾ ਬਈ ਐਡਵਾਈਸ ਕਰ ਰਹੇ ਸਾਡੇ ਗੁਰੂ ਸਾਹਿਬ ਕਿ ਬਈ ਇਸ ਨੂੰ ਸੇਵੋ। ਅੱਗੇ ਆਪਣੀ ਮਰਜ਼ੀ ਹੈ ਸੇਵੀਏ ਤੇ ਨਾ ਸੇਵੀਏ। ਔਰ ਜੇ ਵੀ ਸਿਆਰੀ ਹੋਏ ਤੇ ਉਹਦੇ ਮਤਲਬ ਹੁੰਦੇ ਆ ਸੇਵਣ ਦੇ ਨਾਲ। ਜੇ ਉਹ ਕੰਮ ਕਰਾਂਗੇ ਤਾਂ ਦੁੱਖਾਂ ਦਾ ਨਾਸ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਏ ਨਾਸ। ਜੇ ਪੂਰੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਜੋ ਗੁਰੂ ਕੰਮ ਕਹਿ ਰਹੇ ਕਰਨ ਵਾਸਤੇ ਔਰ ਜਿਹੜਾ ਹੈਗਾ ਉਹ ਕੰਮ ਕਰਾਂਗੇ ਤਾਂ ਦੁੱਖਾਂ ਦਾ ਨਾਸ ਹੋਏਗਾ। ਔਰ ਦੁੱਖਾਂ ਦਾ ਨਾਸ ਜਿਹੜਾ ਪੂਰਾ ਗੁਰੂ ਇੱਕੋ ਹੀ ਕੰਮ ਕਰਨ ਨੂੰ ਕਹਿ ਰਿਹਾ ਬਈ ਸੱਚ ਦੇ ਨਾਲ ਜੁੜ ਜਾ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਤਿਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ। ਨਹੀਂ ਤਾਂ ਜਿਹੜੇ ਹੈਗੇ ਇਹ ਦੁੱਖਾਂ ਦਾ ਨਾਸ ਨਹੀਂ ਹੋਏਗਾ, ਕਿਉਂਕਿ ਦੁੱਖ ਜਿਹੜੇ ਹੈਗੇ ਇਹ ਦੁੱਖ ਜਿਹੜੇ ਸੰਸਾਰ ਜਿਹੜਾ ਹੈਗਾ ਇਹੀ ਦੁੱਖ ਹੈਗਾ। ਮਾਇਆ ਜੇਵੜ ਦੁੱਖ ਨਾ ਕੋਈ। ਇਹ ਸੰਸਾਰ ਜਿਹੜਾ ਹੈਗਾ ਇਹਦੇ ਵਿੱਚ ਮਾਲਕ ਨੇ ਜਿਹੜਾ ਹੈਗਾ ਐਸੀ ਚਮਕ ਦਮਕ ਜਿਹੜੀ ਹੈਗੀ, ਇੰਨੀ ਖੁਸ਼ਬੂ, ਇੰਨੀ ਸੁੰਦਰਤਾ ਇਹਦੇ ਵਿੱਚ ਬਿਖੇਰੀ ਹੈ ਮਾਲਕ ਪਰਮਾਤਮਾ ਨੇ ਕਿ ਆਪਾਂ ਜਿਹੜੇ ਹੈਗੇ ਮੱਲੋ ਮੱਲੀ ਇਹਦੇ ਨਾਲ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ ਹੈਗੇ ਇਹ ਚੋਗੇ ਦੇ ਵਿੱਚ ਜਿਹੜੇ ਹੈਗੇ ਫਸ ਜਾਵਾਂਗੇ। ਔਰ ਇਹੀ ਜਿਹੜਾ ਹੈਗਾ ਦੁੱਖ ਹੈਗੇ, ਇਹੀ ਜਿਹੜੇ ਦੁੱਖ ਹੈਗੇ ਇਹਨਾਂ ਨੇ ਆਪਾਂ ਨੂੰ ਸੁੱਖ ਵੱਲ ਜਾਣ ਹੀ ਨਹੀਂ ਦੇਣਾ। ਸੁੱਖ ਹੈਗਾ ਆਤਮਾ ਦੇ ਵਿੱਚ, ਇਹਨਾਂ ਨੇ ਆਤਮਾ ਦੀ ਯਾਤਰਾ ਆਪਾਂ ਨੂੰ ਕਰਨੀ ਨਹੀਂ ਦੇਣੀ, ਉਹ ਪੌੜੀਆਂ ਤੇ ਚੜ੍ਹਨੀ ਨਹੀਂ ਦੇਣਾ। ਇਹਨਾਂ ਨੇ 9 ਦਰਵਾਜ਼ਿਆਂ ਤੋਂ ਆਪਾਂ ਨੂੰ ਜਿਹੜਾ ਹੈਗਾ ਇਹ ਦੁੱਖਾਂ ਦੇ ਨਾਲ ਹੀ ਜੋੜ ਕੇ ਰੱਖਣਾ ਹੈ। ਸਵਾਦ ਦਾ ਚੋਗਾ ਪਾ ਕੇ ਆਪਾਂ ਨੂੰ ਫੜ ਲੈਣਾ ਹੈ। ਸਤਿਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ। ਦੁੱਖਾਂ ਦਾ ਨਾਸ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ। ਜਿਹੜਾ ਹੈ ਕੰਮ ਕਰੂਗਾ ਪੂਰੇ ਗੁਰੂ ਦੇ ਅਨੁਸਾਰ ਉਹਦੇ ਦੁੱਖਾਂ ਦਾ ਨਾਸ ਹੋ ਜਾਏਗਾ। ਨਾਨਕ ਹੁਣ ਅੱਗੇ ਜਿਹੜਾ ਕਾਰਵਾਈ ਕੀ ਹੈਗੀ ਆ,
ਨਾਨਕ ਨਾਮ ਆਰਾਧਿਆ ਕਾਰਜ ਆਵੇ ਰਾਸ। ਕਹਿੰਦੇ ਭਾਈ ਨਾਮ ਨੂੰ ਆਰਾਧਨਾ ਪਊਗਾ। ਨਾਮ ਦੇ ਮੰਮੇ ਨੂੰ ਨਾਮ ਨੂੰ ਆਰਾਧਨਾ ਪਊਗਾ। ਨਾਮ ਨੂੰ ਆਰਾਧਨਾ ਕੀ ਹੈਗਾ? ਨਾਮ ਕੀ ਹੈਗਾ? ਨਾਮ ਜਿਹੜਾ ਹੈ ਹੁਣ ਪਰਮੇਸ਼ਰ ਦਾ ਵਾਹਿਗੁਰੂ ਵਾਹਿਗੁਰੂ ਅੱਲਾਹੁ ਅੱਲਾਹੁ ਹਰੀ ਓਮ, ਇਹ ਨਾਮ ਹੈਗਾ। ਨਾਮ ਤਾਂ ਜਿਹੜਾ ਹੈਗਾ ਪਦਾਰਥ ਆ ਭਾਈ। ਨਾਮ ਮਿਲ ਗਿਆ, ਇੱਕ ਬੂੰਦ ਨਾਮ ਦੀ ਆ ਗਈ ਤੇ ਆਪਾਂ ਤਾਂ ਅਮਰ ਹੋ ਜਾਵਾਂਗੇ। ਨਾਮ ਤਾਂ ਜਿਹੜਾ ਹੈਗਾ ਨਾਮ ਤਾਂ ਫਰੂਟ ਹੈਗਾ। ਉਹ ਨਾਮ ਜਿਹੜਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਇਹ ਤਾਂ ਗੁਪਤ ਹੈਗਾ। ਇਹੀ ਤਾਂ ਟਾਰਗੇਟ ਹੈਗਾ। ਇਹੀ ਤਾਂ ਯਾਤਰਾ ਹੈਗੀ ਆ। ਇਹੀ ਤਾਂ ਐਕਸ਼ਨ ਹੈਗੀ ਆ। ਇਹੀ ਤਾਂ ਕੰਮ ਕਰਨ ਵਾਲਾ ਹੈਗਾ। ਇਸੇ ਵਾਸਤੇ ਮਨੁੱਖਾ ਸਰੀਰ ਮਨੁੱਖਾ ਜੂਨ ਮਿਲੀ ਹੋਈ ਆ ਆਪਾਂ ਨੂੰ। ਕਾਰਜ ਆਵੇ ਰਾਸ, ਤਾਂ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਕਾਰਜ ਜਿਹੜਾ ਹੈਗਾ ਜਿਸ ਕੰਮ ਵਾਸਤੇ ਮਾਲਕ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਆ, ਆਪਾਂ ਨੂੰ ਮਨੁੱਖੀ ਜੂਨ ਦਿੱਤੀ ਆ, ਇਸੇ ਜੂਨ ਦੇ ਵਿੱਚ ਇਹ ਕਾਰਜ ਰਾਸ ਆ ਸਕਦਾ ਹੈ ਜੇ ਪੂਰੇ ਗੁਰੂ ਦੀ ਗੱਲ ਮੰਨਾਂਗੇ, ਉਹਦੇ ਅਨੁਸਾਰ ਜਿਹੜੀ ਹੈਗੀ ਸੇਵਾ ਕਰਾਂਗੇ। ਔਰ ਸੇਵਾ ਜਿਹੜੀ ਹੈਗੀ ਆ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਤੀਸਰੀ ਪਾਤਸ਼ਾਹੀ ਕਹਿ ਰਹੀ, ਕਹਿੰਦੇ ਵੀ ਸਾਡੇ ਜਿਹੜਾ ਹੈਗੇ ਜਿਵੇਂ ਕਹਿ ਦਿੰਦੇ ਭਾਈ ਬੀਬੀਆਂ ਕਹਿ ਦਿੰਦੀਆਂ ਬਈ ਸਾਡੇ ਘਰ 'ਚ ਤਾਂ ਆਹ ਰਿਵਾਜ ਆ ਭਾਈ, ਸਵੇਰੇ ਸਵੇਰੇ ਜਿਹੜਾ ਹੈਗੇ 6 ਵਜੇ ਜਿਹੜਾ ਹੈਗਾ ਜੇ ਚਾਉਣਾ ਜਿਹੜਾ ਹੈਗਾ ਚਾਹ ਮੰਗਦਾ ਹੈ ਭਾਈ, ਫਟਾਫਟ ਸਵੇਰੇ ਸਵੇਰੇ ਚਾਹ ਜਿਹੜੀ ਹੈ ਬਣਾਉਣੀ ਪੈਂਦੀ ਹੈ। ਆਹ ਰਿਵਾਜ ਸਾਡੇ ਤਾਂ ਇਸ ਤਰ੍ਹਾਂ ਦਾ ਭੈਣੇ, ਉਹ ਕਹਿੰਦੀ ਸਾਡੇ ਤਾਂ ਇਸ ਤਰ੍ਹਾਂ ਦਾ ਹੈਗਾ। ਇਸੇ ਤਰੀਕੇ ਨਾਲ ਗੁਰੂ ਮਹਾਰਾਜ ਕਹਿੰਦੇ ਕਿ ਜਿਹੜਾ ਗੁਰੂ ਘਰ ਦੇ ਵਿੱਚ ਕੀ ਰਿਵਾਜ ਹੈਗਾ? ਗੁਰੂ ਘਰ ਦੇ ਵਿੱਚ ਭਾਈ ਰਿਵਾਜ ਹੈਗਾ ਪਰਮੇਸ਼ਰ ਦਾ ਧਿਆਨ ਕਰਨਾ। ਆਹ ਸੇਵਾ ਹੈਗੀ ਆ। ਨਾਮ ਹਮਾਰਾ ਗੁਰ ਕੀ ਸੇਵ, ਸਾਡੇ ਤਾਂ ਆਹ ਆਇਆ ਭਾਈ ਗੁਰੂ ਦੀ ਸੇਵਾ। ਆਹ ਕਾਰਵਾਈ ਹੈਗੀ, ਆਹ ਰਿਵਾਜ ਹੈਗਾ। ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਬਈ ਗੁਰੂ ਘਰ 'ਚ ਤਾਂ ਆਹ ਰਿਵਾਜ ਹੈ ਬਈ ਵਿਚਾਰ ਬੰਦ ਕਰਨੇ ਆ, ਸੁਣ ਦੇ ਵਿੱਚ ਬੈਠਣਾ ਹੈ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜੇ ਸਾਹਿਬ ਹਾਂਜੀ ਠੀਕ, ਆਪ ਕੰਟੀਨਿਊ ਕਰੋ ਸਰ। ਹਾਂਜੀ, ਸ਼ਲੋਕ ਹਾਲੇ ਸ਼ੁਰੂ ਕੀਤਾ ਹੈ ਜੀ। 2 ਲਾਈਨਾਂ ਦਾ ਸ਼ਲੋਕ ਹੈਗਾ ਪੰਜਵੀਂ ਪਾਤਸ਼ਾਹੀ ਦਾ। ਸਤਿਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ। ਸੇਵੀਆ ਨਹੀਂ ਲਿਖਿਆ, ਸੇਵਾ ਲਿਖਿਆ। ਅਸੀਂ ਇਸ ਗੱਲ ਤੇ ਪਹਿਲਾਂ ਡਿਸਕਸ ਕੀਤਾ ਸੀਗਾ ਬਈ ਸੇਵਣ ਦੇ ਨਾਲ ਜਿਹੜਾ ਵੀ ਆ ਸੇਵਾ ਕਰੂਗਾ ਉਹਦੇ ਦੁੱਖਾਂ ਦਾ ਨਾਸ ਹੋ ਜਾਏਗਾ। ਪੂਰੇ ਗੁਰੂ ਦੇ ਅਨੁਸਾਰ ਸੇਵਾ ਕਰਨੀ ਹੈ, ਜੋ ਪੂਰਾ ਗੁਰੂ ਕਹਿ ਰਿਹਾ ਸੇਵਾ ਕਰਨ ਵਾਸਤੇ। ਉਹ ਸੇਵਾ ਕੀ ਹੈ? ਨਾਨਕ ਨਾਮ ਆਰਾਧਿਆ ਕਾਰਜ ਆਵੇ ਰਾਸ। ਫਿਰ ਇੱਥੇ ਆਰਾਧਿਆ ਨਹੀਂ ਲਿਖਿਆ, ਆਰਾਧਿਆ ਲਿਖਿਆ ਹੋਇਆ। ਆਰਾਧਿਆ ਦਾ ਮਤਲਬ ਹੈ ਜਿਹੜਾ ਵੀ ਆਰਾਧੂਗਾ, ਜਿਹੜਾ ਵੀ ਇਹ ਕੰਮ ਕਰੂਗਾ ਉਹਦਾ ਕਾਰਜ ਰਾਸ ਆ ਜਾਏਗਾ। ਦੋਨੋਂ ਜਗ੍ਹਾ ਤੇ ਦੇਖੋ, ਸੇਵੀਏ ਨਹੀਂ ਲਿਖਿਆ, ਸੇਵਾ ਲਿਖਿਆ, ਤੇ ਇੱਥੇ ਆਰਾਧਿਆ ਨਹੀਂ ਲਿਖਿਆ, ਆਰਾਧਿਆ ਲਿਖਿਆ ਹੋਇਆ ਹੈ। ਜਿਹੜਾ ਵੀ ਇਹ ਕੰਮ ਕਰੂਗਾ, ਜਿਹੜਾ ਵੀ ਇਹ ਸੇਵਾ ਕਰੂਗਾ, ਉਸੇ ਦਾ ਕਾਰਜ ਰਾਸ ਆਏਗਾ। ਔਰ ਇਹ ਨਾਮ ਨੂੰ ਆਰਾਧਨਾ ਕੀ ਹੈਗਾ? ਨਾਮ ਨੂੰ ਆਰਾਧਨਾ ਹੈਗਾ ਭਾਈ ਨਾਮ ਪਦਾਰਥ ਆ ਔਰ ਆਪਣੇ ਅੰਦਰ ਗੁਪਤ ਪਿਆ ਹੋਇਆ ਆ। ਆਰਾਧਨਾ ਮਤਲਬ ਬਈ ਉਹਦਾ ਸਾਨੂੰ ਸਮਰਨ ਹੈਗਾ। ਆਰਾਧਨੇ ਦਾ ਡਿਕਸ਼ਨਰੀ ਮੀਨਿੰਗ ਹੈ ਸਮਰਨ। ਬਈ ਸਾਨੂੰ ਸਮਰਨ ਹੈਗਾ ਬਈ ਆਹ ਕੰਮ ਕਰਨ ਵਾਲਾ ਹੈਗਾ। ਜਿਵੇਂ ਇਨਸਾਨ ਨੂੰ ਆਪਾਂ ਨੂੰ ਪਤਾ ਹੈ ਬਈ ਇੰਨੇ ਵਜੇ ਕੰਮ ਤੇ ਮੈਂ ਜਾਣਾ ਹੈ ਔਰ 8 ਘੰਟੇ ਕੰਮ ਤੇ ਲਾਉਣੇ ਆ। ਇਹ ਆਪਾਂ ਨੂੰ ਸਮਰਨ ਹੈਗਾ, ਯਾਦ ਹੈਗਾ ਆਪਾਂ ਨੂੰ। ਬੱਚੇ ਨੂੰ ਯਾਦ ਆ, ਸਮਰਨ ਹੈਗਾ ਬਈ ਮੈਂ ਸਕੂਲੇ ਜਾਣਾ ਆ। ਧਿਆਨ ਹੈਗਾ, ਇਸ ਤੋਂ ਅੱਗੇ ਧਿਆਨ ਹੁੰਦਾ ਹੈ। ਬਿਲਕੁਲ ਹੁਣ ਆਰਾਧਨ ਦੀ ਵੀ ਲੋੜ ਨਹੀਂ ਹੈ, ਹੁਣ ਧਿਆਨ ਦੇ ਵਿੱਚ ਆ ਗਿਆ ਬਈ ਆਹ ਜਿਹੜਾ ਹੈਗਾ ਮੈਂ ਕੰਮ ਕਰਨਾ ਹੀ ਕਰਨਾ ਹੈਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ, ਉੱਪਰਲੀ ਤੁਕ ਚ ਸਮਝਾ ਰਹੇ ਨੇ, ਕਹਿੰਦੇ ਸਤਿਗੁਰ ਪੂਰਾ ਸੇਵੀਏ ਦੁੱਖ ਕਾ ਹੋਏ ਨਾਸ। ਦੁੱਖਾਂ ਕਾ, ਹਾਂਜੀ ਵੀਰ ਜੀ ਠੀਕ ਹੈ। ਦੁੱਖ ਜਿਹੜੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਦੁੱਖ ਕੀ ਹੈ। ਕੁਝ ਦੁੱਖ ਹੁੰਦੇ ਨੇ ਕਿ ਇੱਕ ਤੇ ਦੁੱਖ ਹੈਗਾ ਕਿ ਮਨੁੱਖ ਹਮੇਸ਼ਾ ਜੀਵਨ 'ਚ ਸੁੱਖ ਦੀ ਭਾਲ ਦੇ ਲਈ ਹਰ ਜੀਵਨ ਗਤੀ ਕਰਦਾ ਹੈ, ਪਰ ਇਹਦੇ ਦੁੱਖ ਜਿਹੜੇ ਆ ਖਤਮ ਨਹੀਂ ਹੁੰਦੇ।
ਤੇ ਇਹ ਜਿਹੜੇ ਦੁੱਖ ਆ, ਤੁਹਾਨੂੰ ਪਤਾ ਹਰ ਇੱਕ ਮਨੁੱਖ ਦੇ ਜੀਵਨ 'ਚ ਦੁੱਖ ਜਿਹੜੇ ਨੇ ਆਉਂਦੇ ਰਹਿੰਦੇ ਜਾਂਦੇ ਰਹਿੰਦੇ, ਔਰ ਬੰਦਾ ਜੀਵਨ ਭਰ ਜਿਹੜਾ ਦੁੱਖਾਂ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ। ਇਹ ਗੱਲ ਸੱਚ ਹੈ ਕਿ ਜਦੋਂ ਤੁਸੀਂ ਭਗਤੀ ਕੀਤੀ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਆ ਉਹ ਖਤਮ ਹੋ ਜਾਣਗੇ। ਕਹਿਣ ਤੋਂ ਭਾਵ ਦੁੱਖ ਨਹੀਂ ਖਤਮ ਹੋਣਗੇ, ਦੁੱਖ ਦਾ ਜਿਹੜਾ ਪ੍ਰਭਾਵ ਹੈ ਨਿੱਜਾ ਸਾਹਿਬ ਉਹ ਖਤਮ ਹੋ ਜਾਏਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਆਪਣਾ ਧਿਆਨ ਹੀ ਜਿਹੜਾ ਹੈਗਾ ਕਿਸੇ ਹੋਰ ਪਾਸੇ ਹੋ ਜਾਏਗਾ। ਦੁੱਖ ਜਿਹੜੇ ਹੈਗੇ ਉਹ ਜਿਹੜੇ ਵਿਚਾਰਾਂ ਦੇ ਨਾਲ ਆਉਂਦੇ ਆ ਉਹ ਨਹੀਂ ਆ ਸਕਣਗੇ ਆਪਣੇ। ਹਾਂ, ਜਿੱਦਾਂ ਦੁੱਖ ਵੇਖੋ ਪਤਾ ਕੀ ਹੁੰਦਾ ਕਿ ਕਹਿੰਦੇ ਕਿ ਬੰਦੇ ਦੀ ਜ਼ਿੰਦਗੀ ਜਿਹੜਾ ਦੁੱਖ ਆਉਂਦਾ ਨਾ ਉਹ ਉਹਨਾਂ ਨੁਕਸਾਨ ਨਹੀਂ ਕਰਦਾ ਜਿੰਨਾ ਮਨੁੱਖ ਉਸ ਗੱਲ ਨੂੰ ਬਾਰ-ਬਾਰ ਯਾਦ ਕਰਕੇ ਆਪਣਾ ਖੁਦ ਦਾ ਨੁਕਸਾਨ ਕਰਾਉਂਦਾ ਹੈ। ਹਾਂ, ਇੱਕ ਚੀਜ਼ ਤੇ ਆ ਗਈ, ਠੀਕ ਹੈ, ਘਾਟਾ ਪੈ ਗਿਆ, ਪਤਾ ਲੱਗਾ ਕਿ ਤੇਰਾ ਬਈ ਘਾਟਾ ਪੈ ਗਿਆ, ਤੇਰਾ ਨੁਕਸਾਨ ਹੋ ਗਿਆ, ਪਰ ਉਸੇ ਗੱਲ ਨੂੰ ਬਾਰ-ਬਾਰ ਯਾਦ ਕਰਕੇ ਉਹ ਘਾਟਾ ਪੂਰਾ ਤਾਂ ਨਹੀਂ ਹੋ ਚੱਲਿਆ। ਇਸੇ ਹੀ ਤਰ੍ਹਾਂ ਇੱਕ ਦੁੱਖ ਆਇਆ ਸੀ, ਠੀਕ ਹੈ, ਕਿਸੇ ਨੇ ਕੋਈ ਮਾੜਾ ਲਫ਼ਜ਼ ਬੋਲ ਦਿੱਤਾ ਸੀ ਤੇ ਉਹ ਗੱਲ ਖਤਮ ਹੋ ਗਈ, ਉਦੋਂ ਗੁੱਸਾ ਆਇਆ, ਪਰ ਉਸ ਗੱਲ ਨੂੰ ਅੱਜ 15-20 ਸਾਲ ਬਾਅਦ ਵੀ ਆਪਾਂ ਯਾਦ ਕਰਕੇ ਜੇਕਰ ਆਪਾਂ ਦੁਖੀ ਹੁੰਦੇ ਆ, ਪਰੇਸ਼ਾਨ ਹੁੰਦੇ ਰਹਿੰਦੇ ਆ, ਤੇ ਕੀ ਉੱਥੋਂ ਕੁਝ ਪ੍ਰਾਪਤ ਹੋਣਾ? ਨਹੀਂ ਪ੍ਰਾਪਤ ਹੋਣਾ। ਫਿਰ ਕੀ ਹੋਵੇਗਾ? ਦੁੱਖ ਦਾ ਨਾਸ ਹੋਣ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਜਿਹੜੇ ਪੁਰਾਣੇ ਦੁੱਖ ਜਿਹੜੇ ਤੁਹਾਡੇ ਚਿੱਤ ਦੇ ਵਿੱਚ ਵੜੇ ਸੀ ਉਹ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਨਾਰਮਲੀ ਨਿੱਜਾ ਸਾਹਿਬ ਬੰਦਾ ਇਹਨਾਂ ਦੁੱਖਾਂ ਚੋਂ ਬਾਹਰ ਆ ਹੀ ਨਹੀਂ ਪਾਉਂਦਾ। ਬਿਲਕੁਲ ਨਹੀਂ ਆਉਂਦਾ ਜੀ, ਬਿਲਕੁਲ ਨਹੀਂ ਆਉਂਦਾ। ਬਸ ਹਾਂ, ਬੰਦੇ ਮੈਂ ਵੇਖੇ ਬੜੀ ਉਮਰ ਹੋ ਜਾਂਦੇ, ਗੱਲ ਛੱਡਦੇ ਹੀ ਨਹੀਂ ਗੱਲ, ਕਿਉਂਕਿ ਉਹਦੇ ਜੀਵਨ 'ਚ ਜਿਹੜਾ ਹੈ ਉਹ ਕੇਵਲ ਭੰਡਾਰ ਕੀ ਹੈ, ਉਹ ਗੱਲਾਂ, ਪੁਰਾਣੀਆਂ ਗੱਲਾਂ ਉਹਦੇ ਦਿਮਾਗ 'ਚ ਵੜੀਆਂ ਨੇ ਚਿੱਤ ਦੇ ਵਿੱਚ, ਔਰ ਉਹ ਗੱਲਾਂ ਨੂੰ ਯਾਦ ਕਰਕੇ ਜਿੱਦਾਂ ਇੱਕ ਜ਼ਖਮ ਹੈ। ਹੁਣ ਇੱਕ ਤੁਹਾਨੂੰ ਸੱਟ, ਮੰਨ ਲਓ ਤੁਹਾਡੇ ਕੋਈ ਸਰੀਰ ਤੇ ਕੋਈ ਚੋਟ ਲੱਗ ਗਈ ਹੈ, ਹੁਣ ਉਹ ਸੱਟ ਲੱਗੀ, ਉਹ ਚਲੋ ਲੱਗ ਗਈ, ਉਦੋਂ ਦਰਦ ਹੋਈ, ਜੋ ਵੀ ਗੱਲਬਾਤ ਹੋਈ ਉਹ ਤੇ ਆਪਾਂ ਨੂੰ ਛੱਡ ਦਈਏ। ਪਰ ਕਈ ਵਾਰੀ ਆਪਾਂ ਕੀ ਕਰਦੇ ਹਾਂ, ਜਦੋਂ ਜ਼ਖਮ ਮਾੜਾ ਜਿਹਾ ਰਮਾਨ ਆਉਣ ਲੱਗਦਾ ਆਪਾਂ ਉਹਦੇ ਅੰਗੂਰ ਨੂੰ ਫੇਰ ਛਿੱਲ ਦਿੰਦੇ। ਉਹ ਜ਼ਖਮ ਜਿਹੜਾ ਉਹ ਕਦੇ ਨਹੀਂ ਭਰੇਗਾ। ਇਸੇ ਹੀ ਤਰ੍ਹਾਂ ਜਦੋਂ ਸਾਡੇ ਜੀਵਨ 'ਚ ਕੋਈ ਏਦਾਂ ਦੇ ਅਨੁਭਵ ਹੁੰਦੇ ਨੇ ਜਿਹੜੇ ਜੇ ਵਧੀਆ ਖੁਸ਼ੀ ਵਾਲੇ ਨਹੀਂ ਹੁੰਦੇ, ਦੁਖੀ ਕਰ ਜਾਂਦੇ, ਔਰ ਉਹੀ ਜ਼ਖਮ ਨੂੰ ਛਿੱਲਣ ਵਾਲਾ ਸਿਸਟਮ ਆਪਾਂ ਕਰਦੇ ਹਾਂ ਜਦੋਂ ਉਹਨਾਂ ਗੱਲਾਂ ਨੂੰ ਬਾਰ-ਬਾਰ ਚੇਤੇ ਕਰਦੇ, ਬਾਰ-ਬਾਰ ਉਹਨਾਂ ਗੱਲਾਂ ਤੇ ਆਪਾਂ ਇਨਵੈਸਟਮੈਂਟ ਕਰਦੇ ਹਾਂ, ਉੱਥੇ ਲਗਾਤਾਰ ਵਿਚਾਰ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ ਕਿ ਹੌਲੀ-ਹੌਲੀ ਕਰਕੇ ਨਾ ਸਾਡੇ ਚਿੱਤ ਦੇ ਵਿੱਚ ਕੀ ਹੁੰਦਾ ਕਿ ਸਾਡੇ ਚਿੱਤ ਦੇ ਵਿੱਚ ਉਹਨਾਂ ਇੱਕ ਲੀਕਾਂ ਪੈ ਜਾਂਦੀਆਂ। ਹੁਣ ਜਦੋਂ ਲੀਕਾਂ ਪੈ ਜਾਂਦੀਆਂ ਨੇ ਤੇ ਤੁਸੀਂ ਜਦੋਂ ਵੀ ਆਈਡਲ ਬੈਠੇ, ਜਦੋਂ ਤੁਸੀਂ ਆਪਣੇ ਆਪ 'ਚ ਬੈਠੇ ਤੇ ਵਧੀ ਤੁਹਾਡਾ ਧਿਆਨ ਉਹ ਗੱਲ 'ਚ ਪਹੁੰਚ ਜਾਣਾ। ਤੁਸੀਂ ਵੇਖੋਗੇ ਨਾ ਤੁਹਾਡੇ ਵਾਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਉਹ ਗੱਲ ਸਾਹਮਣੇ ਆਈ ਆ, ਤੁਹਾਡਾ ਦਿਮਾਗ ਉੱਥੇ ਪਹੁੰਚ ਗਿਆ। ਇਹ ਗੱਲ ਨੂੰ ਆਪਾਂ ਸਮਝਣਾ ਹੈ ਕਿ ਉਸ ਗੱਲ ਦੇ ਉੱਤੇ ਆਪਾਂ ਜ਼ਿਆਦਾ ਧਿਆਨ ਇਕਾਗਰ ਨਹੀਂ ਕਰਨਾ। ਜਿਹੜੀ ਗੱਲ ਬੀਤ ਚੁੱਕੀ ਆ, ਹੁਣ ਉੱਥੇ ਤਾਂ ਮਤਲਬ ਨਹੀਂ ਨਾ, ਪ੍ਰਾਪਤੀ ਤੇ ਕੁਛ ਵੀ ਨਹੀਂ ਹੋਣੀ। ਉਹਨੂੰ ਵੇਖੋ, ਪਾਣੀ ਕੀ ਮਧਾਣੀ ਪਾਓਗੇ, ਉੱਥੋਂ ਕੁਛ ਨਿਕਲਣਾ। ਬਿਲਕੁਲ। ਔਰ ਜਿਹੜੇ ਇਨਸਾਨ ਨੇ ਨਾ ਗੋਰਖੀ ਸਾਹਿਬ ਸਵਾਦ, ਜਿਹੜੇ ਪਿਛਲੇ ਸਵਾਦ ਹੁੰਦੇ ਆ ਉਹਨਾਂ ਨੂੰ ਬਾਰ-ਬਾਰ ਯਾਦ ਕਰਕੇ ਉਹ ਫੇਰ ਜਿਹੜਾ ਉਹਨਾਂ ਨੂੰ ਵੀ ਯਾਦ ਕਰੀ ਜਾਂਦਾ। ਉਹ ਟੀਚਰ ਸਾਹਿਬ ਬੰਦਾ ਕਹਿਣ ਤੇ ਨਹੀਂ, ਤਾਂ ਬੰਦਾ ਕਹਿੰਦਾ ਹੀ ਆ ਕਿ ਮੈਂ ਯਾਰ ਪਹਿਲਾਂ ਬੜਾ ਵਧੀਆ ਮਜ਼ਾ ਆਇਆ ਸੀ, ਉਹ ਬੜੀ ਜਵਾਨੀ ਯਾਦ ਕਰੀ ਜਾਂਦਾ। ਹਾਂ, ਕਿਉਂਕਿ ਉੱਥੇ ਉਹਨੇ ਕਈ ਏਦਾਂ ਦੇ ਕੰਮ ਕੀਤੇ, ਉਹਦੀਆਂ ਯਾਦਾਂ। ਹੁਣ ਕਈ ਕਹਿੰਦੇ ਨੇ ਕਿ ਭਾਜੀ ਯਾਦਾਂ ਤੇ ਹੁੰਦੀਆਂ, ਮੈਂ ਪਰ ਯਾਦਾਂ ਤੇ ਹੁੰਦੀਆਂ ਵਾ, ਉਹ ਤੇ ਬੀਤ ਚੁੱਕੀਆਂ ਚੀਜ਼ਾਂ ਨੇ। ਹਾਂ, ਉਹਦੇ ਬਾਰੇ ਹੁਣ ਤੁਸੀਂ 1-2 ਮਹੀਨੇ ਪਹਿਲਾਂ ਕੋਈ ਰੋਟੀ ਖਾਧੀ ਜਾਂ ਪਰੌਂਠਾ ਖਾਧਾ, ਕੋਈ ਸਬਜ਼ੀ ਖਾਧੀ ਆ, ਠੀਕ ਹੈ ਉਹ ਸਵਾਦ ਸੀ, ਪਰ ਹੁਣ ਉਹ ਤੁਸੀਂ ਇਹ ਜਿਹੜੀ ਸਾਹਮਣੇ ਤੁਹਾਡੀ ਚੀਜ਼ ਪਈ ਆ, ਤੁਸੀਂ ਇਹਨੂੰ ਰਿਜੈਕਟ ਕਰਦੇ ਪਏ ਜੋ। ਤੁਸੀਂ ਕਹਿੰਦੇ ਉਹ ਰੋਟੀ ਬੜੀ ਸਵਾਦ ਸੀ। ਔਰ ਇਹ ਵੀ ਗਰੰਟੀ ਆ, ਜਦੋਂ ਤੁਸੀਂ ਉਹ ਰੋਟੀ ਖਾ ਰਹੇ ਸੀ ਉਦੋਂ ਤੁਹਾਡੇ ਮਨ 'ਚ ਕੋਈ ਹੋਰ ਗੱਲ ਹੋਣੀ ਆ, ਕਿਸੇ ਹੋਰ ਪਕਵਾਨ ਨੂੰ ਲੈ ਕੇ ਤੁਸੀਂ ਸੋਚ ਰਹੇ ਹੋਵੋਗੇ। ਵਿਜੇ ਸਾਹਿਬ ਬਿਲਕੁਲ ਸਹੀ ਗੱਲ ਹੈ। ਇਨਸਾਨ ਕਦੀ ਵੀ ਜਿਹੜਾ ਹੈ ਨਾ ਸੈਟੀਸਫਾਈ ਹੋ ਹੀ ਨਹੀਂ ਸਕਦਾ ਇਹਦੇ ਵਿੱਚ। ਹਾਂ, ਏਦਾਂ ਕਰੀ ਜਾਂਦਾ ਬੰਦਾ। ਤੁਸੀਂ ਕਹਿੰਦੇ ਵਿਆਹ ਤੇ ਜਾਓਗੇ, ਅਗਲੇ ਕਹਿਣਗੇ ਵੀ ਅਗਲੇ ਵਿਚਾਰੇ ਨੇ ਮਾੜਾ ਚੰਗਾ ਜਿਹੜਾ ਵਿਆਹ ਕੀਤਾ, ਉਹ ਜੀ ਫਲਾਨਾ ਵਿਆਹ ਨਾ ਬੜਾ ਵਧੀਆ ਸੀ। ਉਹ ਬੰਦਾ ਪੁੱਛੇ, ਠੀਕ ਹੈ, ਉਹ ਲੋਕ ਹੋਰ ਸੀ, ਉਹ ਪਰਿਵਾਰ ਹੋਰ ਸੀ, ਉਹ ਹਲਵਾਈ ਹੋਰ ਸੀ, ਪਰ ਕਮ ਸੇ ਕਮ ਤੁਸੀਂ ਇਹ ਵੀ ਤੇ ਐਪਰੀਸ਼ੀਏਟ ਕਰੋ ਨਾ ਜੋ ਤੁਹਾਡੇ ਸਾਹਮਣੇ ਹੈਗਾ। ਪਰ ਆਪਣੇ ਦਿਮਾਗ ਦੀ ਇੱਕ ਆਦਤ ਆ, ਇਹ ਫਟਕ ਦੀ ਉਹਨੂੰ ਕੰਪੇਅਰ ਕਰਨਾ ਪੈਂਦਾ। 3-4 ਡਾਟੇ ਲਿਆਉਂਦਾ ਪੁਰਾਣੇ ਇਕੱਠੇ ਕਰਕੇ, ਉਹਨਾਂ ਚੋਂ ਫਿਲਟਰ ਕਰਦਾ ਰਹਿੰਦਾ ਕਿਹੜਾ ਵਧੀਆ ਕਿਹੜਾ ਸਹੀ। ਕਿ ਇਹਦੀ ਆਦਤ ਹੈਗੀ ਆ ਕੋਈ ਲੰਬੀ ਲਕੀਰ ਲਾ ਕੇ ਖਿੱਚੀ ਜਾਵੇ, ਕਿਸੇ ਤਰੀਕੇ ਨਾਲ ਉਹ ਗੱਲ ਨੂੰ ਇਹਦਾ ਘੁਮਾਉਂਦਾ ਹੈ।
ਤੇ ਆਪਾਂ ਇਹਨਾਂ ਗੱਲਾਂ ਤੇ ਜ਼ਿਆਦਾ ਧਿਆਨ ਨਹੀਂ ਦੇਣਾ। ਆਟੋਮੈਟਿਕਲੀ ਜੇ ਤੁਸੀਂ ਭਗਤੀ ਕੀਤੀ ਨਾ ਤੇ ਇਹਨਾਂ ਗੱਲਾਂ ਤੋਂ ਆਟੋਮੈਟਿਕਲੀ ਤੁਹਾਡਾ ਚਿੱਤ ਜਿਹੜਾ ਮੁਕਤ ਹੋ ਜਾਏਗਾ। ਰਾਮਾਨੰਦ ਜੀ ਕਹਿੰਦੇ ਨਾ, ਮੇਰਾ ਚਿੱਤ ਨਾ ਚੱਲੇ ਮਨ ਬਹਿਓ ਭੰਗ। ਤੇ ਮਨ ਜਿਹੜਾ ਆਟੋਮੈਟਿਕਲੀ ਉਹ ਮੂਵਮੈਂਟ ਲੈਸ ਹੋ ਜਾਏਗਾ, ਕਿਉਂਕਿ ਚਿੱਤ ਦੇ ਵਿੱਚ ਹੁਣ ਕੋਈ ਚਿੰਤਨ ਨਹੀਂ ਹੈਗਾ। ਚਿੱਤ ਦੇ ਵਿੱਚ ਕੋਈ ਸਿਮਰਤੀ ਨਹੀਂ ਰਹਿ ਗਈ। ਹੈਗੀ ਸਿਮਰਤੀ ਉੱਥੇ ਆ, ਪਰ ਜਿਹੜੇ ਬੂਹੇ ਖੁੱਲੇ ਪਏ ਸੀ ਨਾ, ਤੁਸੀਂ ਕੀ ਕੀਤਾ ਕਿ ਜਿੱਦਾਂ ਹੁਣ ਤੁਹਾਡੀ ਰਸੋਈ ਆ, ਰਸੋਈ ਦੇ ਵਿੱਚ ਵੇਖਿਆ ਕਿੰਨੇ ਹੁੰਦੇ ਆ, ਡੋਰ ਹੁੰਦੇ ਨੇ ਨਿੱਕੇ ਨਿੱਕੇ, ਦਰਵਾਜ਼ੇ ਨਿੱਕੇ ਨਿੱਕੇ ਹੁੰਦੇ ਆ, ਡਰੋ ਜੇ ਖਿੱਚਦੇ ਆਪਾਂ, ਡਰਾਇਰ। ਹੁਣ ਜਿੱਦਾਂ ਆਪਾਂ ਇੱਕ ਖੋਲਿਆ, ਉਹ ਚੋਂ ਸਮਾਨ ਕੱਢਿਆ, ਮੁੜ ਕੇ ਉਹਨੂੰ ਬੰਦ ਕਰਤਾ। ਇਹੋ ਹਿਸਾਬ ਤੁਹਾਡੇ ਚਿੱਤ ਦਾ ਹੋ ਜਾਣਾ। ਨਾਰਮਲੀ ਚਿੱਤ ਏਦਾਂ ਨਹੀਂ ਕੰਮ ਕਰਦਾ। ਚਿੱਤ ਤੇ ਸਾਰਾ ਕੁਝ ਖੁੱਲ ਕੇ ਬੈਠਾ ਉੱਥੇ। ਜਿਹਦੇ ਇਹਨੂੰ ਖੋਲਿਆ, ਉਹਨੂੰ ਖੋਲਿਆ, ਸਾਰੇ ਖੋਲੇ ਪਏ ਨੇ ਉੱਥੇ। ਰਸੋਈ ਤੇ ਕੰਮ ਕਰਨ ਦੇ ਲਾਇਕ ਜਗ੍ਹਾ ਨਹੀਂ ਹੈਗੀ ਹੁਣ। ਬਿਲਕੁਲ ਜਗ੍ਹਾ। ਜਦੋਂ ਤੁਸੀਂ ਭਗਤੀ ਕੀਤੀ, ਉਹ ਸਾਰੀਆਂ ਫਾਈਲਾਂ ਬੰਦ ਕਰ ਦੇਣੀਆਂ ਨੇ। ਇਹ ਆ ਕਿ ਤੁਸੀਂ ਉਹ ਫਾਈਲ ਨੂੰ ਇੱਥੋਂ ਖਲੋ ਕੇ ਦੇਖ ਸਕਦੇ ਜੋ। ਨਾਰਮਲੀ ਆਪਾਂ ਕੀ ਕਰਦੇ ਆ, ਆਪਾਂ ਉਸ ਜਗ੍ਹਾ 'ਚ ਪਹੁੰਚ ਜਾਂਦੇ ਆ। ਜਗ੍ਹਾ 'ਚ ਪਹੁੰਚ ਜਾਂਦੇ, ਬਿਲਕੁਲ ਸਹੀ ਗੱਲ ਹੈ। ਉੱਥੇ ਲੜਾਈ 'ਚ ਪਹੁੰਚ ਜਾਂਦੇ ਤੁਸੀਂ। ਅਗਲੇ ਬੰਦੇ ਦੀ ਇੱਕ ਨਕਲੀ ਵੇਖੋ, ਕਈ ਬੰਦੇ ਵੇਖੇ ਨੀ, ਉਹ ਆਪਸੀ ਗੱਲਾਂ ਕਰਦੇ ਨੇ, ਉਹ ਆਪ ਵੀ ਸਵਾਲ ਕਰਦੇ ਆ ਤੇ ਦੂਜੇ ਬੰਦੇ ਦੇ ਡਾਇਲੌਗ ਬੋਲਦੇ ਨੇ। ਉਹ ਬੋਲਦੇ ਆ ਗੁਰਕੀ ਸਾਹਿਬ, ਬੋਲਦੇ। ਬਿਮਾਰੀ ਵੱਧ ਜਾਂਦੀ, ਪਤਾ ਹੀ ਨਹੀਂ ਲੱਗਦਾ ਅਗਲੇ ਨੂੰ, ਤੇ ਅਗਲੇ ਨੂੰ ਕਹੀਏ ਤੇ ਕਹਿੰਦੇ ਮੈਂ ਤਾਂ ਆਪਣੇ ਨਾਲ ਹੀ ਗੱਲਾਂ ਕਰ ਰਿਹਾ। ਬਸ ਤੈਨੂੰ ਕੀ ਤਕਲੀਫ ਦੇ ਰਿਹਾ ਕਿ ਇਹ ਕਿਹੜਾ ਤਰੀਕਾ ਵਾ ਕਿ ਅਗਲਾ ਬੰਦਾ ਤਾਂ ਹੈਗਾ ਨਹੀਂ, ਜਾਂ ਤੈਨੂੰ ਫੋਨ ਕਰਦਾ, ਪਰ ਅਗਲਾ ਏਦਾਂ ਕਰਦਾ। ਕਿ ਦੇਖੋ, ਜਿਹੜਾ ਸਿਗਮੈਂਟ ਫਰਾਡ ਸੀ, ਉਹ ਕਹਿੰਦਾ ਸੀ ਕਿ ਦੁਨੀਆ ਦੇ ਉੱਤੇ ਜੇ 10 ਬੰਦੇ ਆ ਨਾ, 10 ਚੋਂ 3 ਹੀ ਬੰਦੇ ਸਹੀ ਆ, 7 ਬੰਦੇ ਮਾਨਸਿਕ ਬਿਮਾਰ ਨੇ। ਇਹ ਜਿਹੜੇ ਤੁਰੇ ਫਿਰਦੇ ਸਾਰੇ ਤੰਦਰੁਸਤ ਥੋੜੀ ਹੈਗੇ ਆ, ਕਾਫੀ ਜ਼ਿਆਦਾ ਲੋਕ ਬਿਮਾਰ ਨੇ, ਔਰ ਬੰਦਾ ਤਾਂ ਉੱਥੇ ਹੈਗਾ ਹੀ ਨਹੀਂ। ਠੀਕ ਹੈ ਜੀ। ਮਾਨਸਿਕ ਤੰਦਰੁਸਤੀ ਪ੍ਰਾਪਤ ਕਰਨ ਦੇ ਲਈ ਭਗਤੀ ਹੀ ਇੱਕ ਮਾਰਗ ਹੈਗਾ। ਅਗਲੇ ਬੰਨੇ ਦੇਖੋ, ਨਾਨਕ ਨਾਮ ਅਰਾਧਿਆ ਕਾਰ ਜਾਵੇ ਰਾਸ। ਅਰਾਧਿਆ ਦਾ ਮਤਲਬ ਹੁੰਦਾ ਆਰਾਧਨਾ ਕੀਤੀ। ਬਿਲਕੁਲ, ਦਾ ਮਤਲਬ ਭਗਤੀ ਕੀਤੀ। ਬਿਲਕੁਲ, ਭਗਤੀ ਕੀਤੀ। ਔਰ ਇਹ ਚੀਜ਼ ਅੱਗੇ ਪੌੜੀ ਦੇ ਵਿੱਚ ਕਲੀਅਰ ਹੋਏਗੀ। ਬਿਲਕੁਲ, ਪੌੜੀ ਦੱਸੇਗੀ ਕੀ ਆਰਾਧਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਹਾਂਜੀ ਗੁਰੂ ਸਾਹਿਬ। ਹਾਂ, ਅਤੇ ਆਰਾਧਿਆ ਦਾ ਪਤਾ ਲੱਗ ਗਿਆ ਤੁਹਾਨੂੰ। ਆਰਾਧਨਾ ਕੀਤੀ, ਕਿਹਦੀ ਕੀਤੀ? ਹੁਣ ਪੁਰਾਣੇ ਜ਼ਮਾਨੇ 'ਚ ਲੋਕੀ ਆਰਾਧਨਾ ਕਰਦੇ ਸੀ। ਕਿਹਦੀ ਕਰਦੇ ਸੀ? ਕੋਈ ਦੇਵੀ ਦੀ ਕਰਦਾ ਸੀ, ਕੋਈ ਦੇਵਤੇ ਦੀ ਕਰਦਾ ਸੀ, ਕੋਈ ਸੂਰਜ, ਕੋਈ ਚੰਦਰਮਾ। ਕਿਉਂ ਕਰਦੇ ਸੀ? ਉਹ ਸ਼ਕਤੀਆਂ ਪ੍ਰਾਪਤ ਕਰਨਾ ਚਾਹੁੰਦੇ ਸਨ। ਪਰ ਇੱਥੇ ਆਰਾਧਨਾ ਦਾ ਮਤਲਬ ਹੈ ਕਿ ਤੂੰ ਆਰਾਧਨਾ ਕਰੇਗਾ ਤੇ ਤੇਰੇ ਜੀਵਨ ਦਾ ਜਿਹੜਾ ਮੇਨ ਕਾਰਜ ਆ ਉਹ ਰਾਸ ਆ ਜਾਏ। ਬਾਕੀ ਤੇ ਆਪਣੇ ਆਪ ਹੀ ਰਾਸ ਆ ਜਾਣੇ ਆ। ਜਦੋਂ ਵੱਡਾ ਕੰਮ ਹੋ ਜਾਏ, ਛੋਟੇ ਕੰਮ ਥੋੜੀ ਕੋਈ ਤੁਹਾਨੂੰ ਪਰੇਸ਼ਾਨੀ ਕਰ ਸਕਦੇ। ਉਹ ਇੱਕ ਅਲੱਗ ਚੀਜ਼ ਹੈ। ਮੇਨ ਜਿਹੜਾ ਸਾਡਾ ਜੀਵਨ ਹੈ, ਉਹਦੇ ਵਿੱਚ ਜਿਹੜਾ ਮੇਨ ਕਾਰਜ, ਜਦੋਂ ਤੁਹਾਡਾ ਰਾਸ ਆ ਗਿਆ, ਤੁਹਾਡਾ ਚਿੱਤ ਸ਼ਾਂਤ ਹੋ ਗਿਆ, ਤੁਹਾਡਾ ਮਨ ਸ਼ਾਂਤ ਹੋ ਗਿਆ, ਸਾਰੇ ਕਾਰਜ ਆਪਣੇ ਆਪ ਹੀ ਰਾਸ ਆ ਜਾਣੇ। ਕਿਉਂ? ਕਿਉਂਕਿ ਤੁਹਾਨੂੰ ਯਥਾਰਥ ਸੱਚ ਦਾ ਪਤਾ ਲੱਗ ਗਿਆ। ਹੁਣ ਭਰਮ ਨਹੀਂ ਰਹੇਗਾ। ਪਹਿਲਾਂ ਤੇ ਆਪਾਂ ਇੱਕ ਬੇਹੋਸ਼ੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਸੀ। ਸਾਨੂੰ ਪਤਾ ਹੀ ਨਹੀਂ ਸੱਚ ਕੀ ਹੈ, ਪਰ ਕੀ ਹੋਣਾ ਚਾਹੀਦਾ ਵਾ, ਕੀ ਨਹੀਂ ਹੋਣਾ ਚਾਹੀਦਾ। ਪਰ ਜਦੋਂ ਤੁਹਾਡਾ ਚਿੱਤ ਸ਼ਾਂਤ ਹੋ ਗਿਆ, ਆਟੋਮੈਟਿਕਲੀ ਹੀ ਤੁਹਾਡੇ ਮਨ ਨੇ ਬਹੁਤ ਸਾਰੀਆਂ ਫਾਲਤੂ ਦੀਆਂ ਚੀਜ਼ਾਂ ਦਾ ਤਿਆਗ ਕਰ ਦੇਣਾ। ਔਰ ਪਤਾ ਹੈ ਕਿ ਇਹ 'ਚ ਕੋਈ ਸਾਰ ਨਹੀਂ ਹੈਗਾ। ਇਹਦੇ ਵਿੱਚ ਗੁਰਕੀ ਸਾਹਿਬ ਇੱਕ ਚੀਜ਼ ਹੋਰ ਹੈਗੀ। ਦੇਖੋ, ਆਰਾਧਨਾ ਜਿਹੜੀ ਹੈਗੀ ਕਿਸੇ ਦੀ, ਕਿਸੇ ਦੇਵੀ ਦੇਵਤੇ ਦੀ, ਜਾਂ ਕਿਸੇ ਮੂਰਤੀ ਦੀ, ਜਾਂ ਕਿਸੇ ਵੀ ਚੀਜ਼ ਦੀ ਜਿਹੜਾ ਆਕਾਰ ਦੇ ਵਿੱਚ ਹੈ, ਉਹਦੀ ਆਰਾਧਨਾ ਕਰਨੀ ਬਹੁਤ ਸੌਖੀ ਹੈਗੀ। ਕਿਉਂਕਿ ਉਹਦੀ ਸ਼ਕਲ ਆਪਣੇ ਅੰਦਰ ਆ ਜਾਂਦੀ ਹੈ, ਆਪਾਂ ਉਹਦੇ ਧਿਆਨ ਦੇ ਵਿੱਚ, ਯਾਦ ਦੇ ਵਿੱਚ ਹੋ ਜਾਂਦੇ ਹਾਂ। ਪਰ ਜਿਹੜਾ ਇੱਥੇ ਆਰਾਧਨਾ ਜਿਹੜੀ ਹੈਗੀ, ਉਹ ਐਸੀ ਸ਼ਕਤੀ ਦੀ ਹੈ ਜਿਹੜਾ ਕਿ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ, ਔਰ ਜਿਹਦੀ ਕੋਈ ਮੂਰਤੀ ਨਹੀਂ ਹੈ, ਜਿਹਦਾ ਕੋਈ ਰੂਪ ਨਹੀਂ ਹੈ, ਜਿਹਦਾ ਕੋਈ ਰੰਗ ਨਹੀਂ ਹੈ, ਜਿਹਦੀ ਕੋਈ ਰੇਖ ਨਹੀਂ ਹੈ। ਉਹਦੀ ਆਰਾਧਨਾ ਕਿਵੇਂ ਹੋਣੀ ਹੈ? ਉਹ ਕਹਿੰਦੇ ਭਾਈ, ਤੂੰ ਜਿਹੜਾ ਹੈਗਾ ਮਾਇਆ, ਪਦਾਰਥ, ਸਵਾਦ, ਦੁਨੀਆ ਦੇ ਜਿਹੜੇ ਤੇਰੇ ਵਿਚਾਰ ਚੱਲ ਰਹੇ, ਇਹਨਾਂ ਨੂੰ ਬੰਦ ਕਰ ਦੇ। ਬਸ ਉਹੀ ਹੈ ਉਹਦੀ ਆਰਾਧਨਾ। ਹਾਂਜੀ ਗੁਰਕੀ ਸਾਹਿਬ। ਹਾਂਜੀ, ਬਿਲਕੁਲ ਠੀਕ ਹੈ ਜੀ। ਉਹਦੀ ਆਰਾਧਨਾ ਹੀ ਕਰਨੀ ਹੈ। ਇਹਦੀ ਕਰਨੀ ਆ ਜੋ ਇੱਕ ਅਦ੍ਰਿਸ਼ ਸ਼ਕਤੀ ਹੈ, ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਔਰ ਜਿਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਆਪ ਇੰਨਾ ਕਹਿ ਸਕਦੇ, ਉਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ। ਬਾਣੀ ਤੇ ਇਹ ਵੀ ਕਹਿੰਦੀ ਹੈ ਕਿ ਉਹਨੂੰ ਵੱਡਾ ਕਿੰਨਾ ਕੁ ਕਹੀਏ। ਵੱਡਾ ਦਾ ਮਤਲਬ ਤੁਸੀਂ ਕਹਿ ਦਿੰਦੇ ਵੱਡਾ ਵਾ, ਪਰ ਕਿੱਡਾ ਕੁ ਵੱਡਾ, ਐਵੇਂ ਨਾ ਕਹੀ ਜਾ। ਠੀਕ ਹੈ ਜੀ। ਸੁਰਿੰਦਰ ਜੀ, ਸੁਰਿੰਦਰ ਕੌਰ ਜੀ, ਤੁਹਾਡਾ ਮਾਈਕ ਔਨ ਹੋ ਗਿਆ। ਠੀਕ ਹੈ ਨਜਾ ਸਾਹਿਬ, ਅੱਗੇ ਚੱਲੀਏ ਪਲੀਜ਼। ਇਹਨਾਂ ਦਾ ਮਾਈਕ ਆਪਾਂ ਨੂੰ ਬੰਦ ਕਰਨਾ ਪੈਣਾ ਗੁਰਕੀ ਸਾਹਿਬ, 1 ਸੈਕਿੰਡ ਪਹਿਲਾਂ। ਹਾਂਜੀ, ਕਰ ਦਿਓ। ਹਾਂਜੀ, ਕੋਈ ਬੰਦ ਕਰ ਦਿਆ ਕਰੋ ਜੀ। ਸਾਰਿਆਂ ਕੋਲ ਪਾਵਰ ਹੁੰਦੀ ਆ, ਸਾਡੀ ਨਾ ਉਡੀਕ ਕਰਿਆ ਕਰਨ। ਠੀਕ ਹੈ ਜੀ।
ਅਗਲਾ ਸ਼ਲੋਕ ਆ ਗਿਆ। ਇਹਦੇ ਵਿੱਚ ਨਾ ਇਹ ਪੂਰਾ ਜਿਹੜਾ ਹੈ ਮਹਾਰਾਜ ਕਲੀਅਰ ਕਰਨਗੇ ਵੀ ਭਗਤੀ ਕਿਵੇਂ ਕਰਨੀ ਆ ਭਾਈ, ਸਤਿਗੁਰੂ ਦੀ ਸੇਵਾ ਕਿਵੇਂ ਕਰਨੀ ਆ, ਪਰਮੇਸ਼ਰ ਨੂੰ ਕਿਵੇਂ ਆਰਾਧਨਾ ਹੈ। ਆ ਜਿਹੜਾ ਸ਼ਲੋਕ ਔਰ ਪੌੜੀ ਦੇ ਵਿੱਚ ਕਲੀਅਰ ਹੋਣੀ ਚਾਹੀਦੀ ਹੈ ਇਹ ਗੱਲ। ਇਹ ਪੌੜੀ ਪੂਰੀ ਸਟੈਪ ਅਪ, ਇਹ ਕਿਸ ਤਰ੍ਹਾਂ ਸਟੈਪ ਅਪ ਹੋਣਾ ਹੈ ਪੌੜੀ, ਉਹ ਮਹਾਰਾਜ ਪੂਰੀ ਦੀ ਪੂਰੀ ਦੱਸਾਂਗੇ ਵੀ ਅਗਲੇ ਡੰਡੇ ਤੇ ਕਿਵੇਂ ਜਾਣਾ ਹੈ। ਮਹੱਲਾ ਪੰਜਵਾਂ, ਜਿਸ ਸਿਮਰਤ ਸੰਕਟ ਛੁਟੇ ਆਨੰਦ ਮੰਗਲ ਵਿਸਰਾਮ। ਹੁਣ ਫਿਰ ਉਹਨੂੰ ਉਸ ਗੱਲ ਨੂੰ ਜਿਹੜਾ ਹੈਗਾ ਆਪਾਂ ਨੂੰ ਹੱਲਾਸ਼ੇਰੀ ਦੇ ਰਹੇ ਭਾਈ, ਇਹ ਆਰਾਧਨਾ ਕਰੇਗਾ, ਜੇ ਸਮਰਨ ਕਰੇਗਾ ਉਸ ਮਾਲਕ ਪਰਮਾਤਮਾ ਨੂੰ, ਕਹਿੰਦੇ ਤੇਰੇ ਸੰਕਟ ਛੁੱਟ ਜਾਣਗੇ, ਤੇਰੀਆਂ ਤਕਲੀਫਾਂ ਜਿਹੜੀਆਂ ਹੈਗੀਆਂ, ਤੇਰੇ ਤੇ ਮੁਸੀਬਤਾਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਜਾਣਗੀਆਂ ਤੇ ਆਨੰਦ ਦੇ ਵਿੱਚ ਆ ਜਾਏਗਾ। ਆਨੰਦ ਮੰਗਲ, ਕੁਸ਼ਲ ਮੰਗਲ ਹੋ ਜਾਏਗਾ ਤੇਰਾ, ਤੇ ਤੇਰੇ ਅੰਦਰ ਜਿਹੜਾ ਹੈਗਾ ਤੇਰੇ ਤੂੰ ਸੰਤ ਬਣ ਜਾਏਗਾ। ਤੇਰੀ ਸਾਰੀਆਂ ਜਿਹੜੀਆਂ ਹੈਗੀਆਂ ਮਨ ਦੇ ਵਿੱਚ ਸ਼ਾਂਤੀ ਆ ਜਾਏਗੀ ਤੇਰੀ। ਆਨੰਦ ਮੰਗਲ ਵਿਸ਼ਰਾਮ, ਤੇਰੇ ਘਰ ਦੇ ਵਿੱਚ ਜਿਹੜਾ ਖੁਸ਼ੀ ਖੇੜਾ ਹਮੇਸ਼ਾ ਵਾਸਤੇ ਆ ਜਾਏਗਾ ਭਾਈ। ਨਾਨਕ ਜਪੀਏ ਸਦਾ ਹਰ। ਹੁਣ ਦੇਖੋ ਇੱਥੇ ਜਪਿਆ ਨਹੀਂ ਲਿਖਿਆ, ਪੱਪੇ ਦੀ ਸਿਆਰੀ ਨਹੀਂ ਹੈਗੀ, ਪਿਆਰੀ ਹੈਗੀ। ਕਹਿੰਦੇ ਕੀ ਕੰਮ ਕਰਨਾ, ਕਹਿੰਦੇ ਹਮੇਸ਼ਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਜਪਣਾ ਹੈਗਾ। ਨਾਨਕ ਜਪੀਏ ਸਦਾ ਹਰ, ਨਿਮਖ ਨਾ ਬਿਸਰੋ ਨਾਮ। ਕਹਿੰਦੇ ਮੈਨੂੰ ਹਮੇਸ਼ਾ ਯਾਦ ਰਹੇ ਬਈ ਮੈਂ ਨਾਮ ਮੇਰੇ ਅੰਦਰ ਹੈਗਾ ਔਰ ਮੈਂ ਨਾਮ ਨੂੰ ਪ੍ਰਗਟ ਕਰਨਾ ਹੈ। ਆਹੀ ਜਪਣਾ ਹੈਗਾ ਭਾਈ ਉਸ ਮਾਲਕ ਪਰਮਾਤਮਾ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਇੱਥੇ ਕਹਿ ਰਹੇ ਨੇ ਉਹ ਜਿਸ ਸਿਮਰਤ ਹੈ ਨਾ ਨਿੱਜਰ ਸਾਹਿਬ। ਹਾਂ, ਸੰਕਟ ਛੁਟੇ ਆਨੰਦ ਮੰਗਲ ਵਿਸ਼ਰਾਮ। ਤੇਰੇ ਅੰਦਰ ਆਨੰਦ ਮੰਗਲ ਘਰ ਘਰ ਜਾਏ, ਵਿਸ਼ਰਾਮ ਕਰ ਜਾਏ, ਤੇਰੇ ਵਿਚਾਰ ਬੰਦ ਹੋ ਜਾਣ। ਜਿਹਦੇ ਸਿਮਰਨ ਕਰਨ ਦੇ ਨਾਲ, ਜਿਹਨੂੰ ਸਮਰਨ ਕਰਨ ਦੇ ਨਾਲ ਤੇਰੀਆਂ ਤਕਲੀਫਾਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਜਾਣ। ਹਾਂਜੀ ਵੀਰ ਜੀ। ਆਹ ਕਹਿੰਦੇ ਕਿ ਜਿਹਨੂੰ ਸਿਮਰਨ ਦੇ ਨਾਲ ਤੇਰੇ ਜਿਹੜੇ ਸੰਕਟ ਆ, ਹਾਂ, ਸੰਕਟ ਦਾ ਮਤਲਬ ਤੇਰੇ ਦੁੱਖ, ਮੁਸੀਬਤਾਂ ਜੋ ਤੇਰੇ ਜੀਵਨ ਦੇ ਵਿੱਚ ਸਹੀ ਨਹੀਂ ਆ, ਕੁਛ ਗੜਬੜ ਆ, ਉਹ ਕਹਿੰਦੇ ਜਿਸ ਨੂੰ ਸਿਮਰਨ ਦੇ ਨਾਲ ਤੇਰੇ ਜਿਹੜੇ ਜੀਵਨ ਦੇ ਵਿੱਚ ਇੰਨੀ ਉਚਾਈ ਆ ਜਾਏ, ਤੇਰੇ ਜੀਵਨ 'ਚ ਉਹ ਖਤਮ ਹੋ ਜਾਣ, ਸੰਕਟ ਹੀ ਖਤਮ ਹੋ ਜਾਣ। ਤੇ ਫਿਰ ਸੰਕਟ ਖਤਮ ਹੋ ਗਏ, ਫਿਰ ਕੀ ਪ੍ਰਾਪਤ ਹੋ ਜਾਏ? ਆਨੰਦ ਮੰਗਲ ਵਿਸ਼ਰਾਮ। ਠੀਕ ਹੈ। ਇੱਕ ਮਿੰਟ, ਮੈਨੂੰ ਖਾਂਸੀ ਆ ਗਈ। ਹਾਂਜੀ, ਅਗਲੇ ਬੰਨੇ ਤੁਕ ਬੋਲੋ ਨਿੱਜਾ ਸਾਹਿਬ। ਨਾਨਕ ਜਪੀਏ ਸਦਾ ਹਰ, ਨਿਮਖ ਨਾ ਬਿਸਰੋ ਨਾਮ। ਕਹਿੰਦੇ ਉਹਦੇ ਵਾਸਤੇ ਭਾਈ ਆ ਕਾਰਵਾਈ ਕਰ, ਹਮੇਸ਼ਾ ਤੈਨੂੰ ਪਰਮੇਸ਼ਰ ਯਾਦ ਰਹਿਣਾ ਚਾਹੀਦਾ। ਜਪੀਏ ਦਾ ਮਤਲਬ ਹੈ ਵੀ ਤੈਨੂੰ ਹਮੇਸ਼ਾ ਯਾਦ ਰਹਿਣਾ ਚਾਹੀਦਾ ਵੀ ਮਾਲਕ ਪਰਮਾਤਮਾ ਤੇਰੇ ਨਾਲ ਆ ਔਰ ਹਮੇਸ਼ਾ ਤੇਰੇ ਨਾਲ ਆ ਉਹ। ਔਰ ਨਿਮਖ ਵਾਸਤੇ ਵੀ ਜਿਹੜਾ ਹੈਗਾ ਤੈਨੂੰ ਉਹ ਟਾਰਗੇਟ ਨਹੀਂ ਭੁੱਲਣਾ ਚਾਹੀਦਾ ਬਈ ਮੈਂ ਨਾਮ ਅੰਮ੍ਰਿਤ ਨੂੰ ਪ੍ਰਗਟ ਕਰਨਾ ਹੈ ਔਰ ਆਹੀ ਬਾਰੀ ਹੈ ਔਰ ਇਸੇ 'ਚ ਹੀ ਪ੍ਰਗਟ ਹੋ ਸਕਦਾ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਨਿਮਕ ਤੋਂ ਭਾਵ ਹੈ ਕਿ ਅੱਖ ਝਪਕਣ ਦੇ ਟਾਈਮ ਤੇ ਜਿੰਨਾ ਸਮਾਂ ਲੱਗਦਾ ਹੈ ਨਾ, ਕਹਿੰਦੇ ਇੰਨੇ ਸਮੇਂ ਵੀ ਤੈਨੂੰ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ। ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਨਿਮਖ ਨਾ, ਜਿੱਦਾਂ ਬੰਦੇ ਦੀ ਨਿਮਖ ਨਾ ਬਿਸਰੋ ਨਾਮ। ਬਿਸਰੋ ਮਤਲਬ ਮੈਂ ਨਾ ਬਿਸਰਾਂ, ਉਸ ਨਾਮ ਨੂੰ ਨਾ ਭੁੱਲਾਂ ਜਿਹੜਾ ਮੇਰੇ ਅੰਦਰ ਪਿਆ, ਜਿਹੜਾ ਕੰਮ ਮੈਨੂੰ ਮਾਲਕ ਨੇ ਭੇਜਿਆ ਹੈ ਦੁਨੀਆ ਦੇ ਵਿੱਚ ਮਨੁੱਖੀ ਸਰੀਰ ਦੇ ਕੇ, ਔਰ ਉਹ ਮਾਲਕ ਮੈਨੂੰ ਖਾਣ ਪੀਣ ਨੂੰ, ਸਾਰਾ ਹੰਡਾਉਣ ਨੂੰ, ਹਰ ਚੀਜ਼ ਦੇ ਰਿਹਾ ਆ। ਉਹ ਕੰਮ ਜਿਹੜਾ ਹੈਗਾ, ਜਿਹੜਾ ਮੇਰਾ ਕੰਮ ਹੈ, ਜਿਹੜਾ ਡਿਊਟੀ ਮੇਰੀ ਲਾਈ ਹੈ ਮਾਲਕ ਨੇ, ਉਹ ਕੰਮ ਨਾ ਭੁੱਲਾਂ ਨਾ। ਟਾਰਗੇਟ ਨਾ ਭੁੱਲੇ ਮੈਨੂੰ। ਬਿਲਕੁਲ ਸਹੀ ਹੈ, ਟਾਰਗੇਟ ਨਾ ਭੁੱਲੇ। ਹਾਂਜੀ ਠੀਕ ਹੈ ਜੀ। ਨਿਮਕ ਭੁੱਲਣ ਦਾ ਮਤਲਬ ਇਹ ਹੁੰਦਾ ਕਿ ਦੇਖੋ, ਜਦੋਂ ਤੁਸੀਂ ਆਪਣਾ ਹੱਕ ਭੁੱਲ ਜਾਂਦੇ ਜੋ, ਬੰਦਾ ਦੂਸਰੇ ਦਾ ਹੱਕ ਮਾਰ ਲੈਂਦਾ, ਅਸਕਰ ਉਹ ਭੁੱਲਦਾ ਤੇ ਤਾਂ ਹੀ ਦੂਜੇ ਦਾ ਹੱਕ ਮਾਰਦਾ। ਬਿਲਕੁਲ ਜੀ। ਆਵਾਜ਼ ਨਹੀਂ ਆ ਰਹੀ ਜੀ। ਆ ਰਹੀ ਹੈ ਜੀ ਤੁਹਾਡਾ, ਦੇਖੋ ਤੁਸੀਂ ਤੁਹਾਨੂੰ ਥੋੜੀ ਮਾਈਕ 'ਚ ਪ੍ਰੋਬਲਮ, ਤੁਹਾਡਾ ਦੁਬਾਰਾ ਕੱਟ ਕੇ ਆ ਜਾਓ। ਹਾਂ, ਜਿਹੜਾ ਆਪਾਂ ਆਪਣਾ ਧਰਮ ਭੁੱਲ ਜਾਂਦੇ ਆ। ਦੇਖੋ ਤੁਸੀਂ ਧਰਮ ਨੂੰ ਭੁੱਲੇ ਤੇ ਸਮਝ ਲਓ ਕਿ ਨਿਮਕ ਜਿਹੜਾ ਵਾ ਉਹ ਬਿਸਰ ਗਿਆ। ਧਰਮ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ ਹੈ, ਉਹ ਸਮਝ ਲਓ ਪਰਮਾਤਮਾ ਨੂੰ ਭੁੱਲ ਜਾਣਾ ਹੈ। ਧਰਮ ਤੋਂ ਬਿਨਾਂ ਮਤਲਬ ਤੁਸੀਂ ਹੱਕ ਪਰਾਇਆ ਤੁਸੀਂ ਲੈ ਕੇ ਆ ਸਕਦੇ ਜੋ, ਟਾਈਮ ਥੋੜੀ ਲੱਗਦਾ।
ਇੱਕ ਛਾਣ ਦੇ ਵਿੱਚ ਸੈਨ ਕਰ ਸਕਦੇ। ਵੱਡਾ ਕਰਮ ਕਰਨ ਲਈ ਤੇ ਚਲੋ ਜ਼ੋਰ ਲੱਗਦਾ ਨਾ, ਇੱਕ ਸੈਨ ਕਰਨ ਦੇ ਲਈ ਨਿਮਕ ਤੇ ਲੱਗਦਾ। ਨਿਜਰ ਸਾਹਿਬ ਇੱਕ ਘੁੰਡੀ ਤੇ ਮਾਰਨੀ ਆ। ਬਿਲਕੁਲ। ਕਹਿਣ ਤੋਂ ਭਾਵ ਹੈ ਕਿ ਤੂੰ ਛੋਟੇ ਤੋਂ ਛੋਟਾ ਟਾਈਮ ਦੀ ਇਕਾਈ ਹੈਗੀ ਆ, ਉਹਦੇ ਵਿੱਚ ਵੀ ਤੂੰ ਮਾੜਾ ਕੰਮ ਕਰ ਸਕਦਾ ਹੈ। ਕਿਉਂਕਿ ਮਾੜਾ ਕੰਮ ਕਰਨ ਲੱਗੇ ਇੱਕ ਟਾਈਮ ਤੇ ਲੱਗਦਾ। ਤੁਸੀਂ ਕਿਸੇ ਨੂੰ ਗੋਲੀ ਮਾਰ ਦੋ, ਘੋੜੇ ਤੇ ਦੱਬਣਾ ਇੱਕ ਛਣ ਹੋ ਗਿਆ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਮਤਲਬ ਤੇਰੀ ਜ਼ਿੰਦਗੀ ਦੇ ਵਿੱਚ ਧਰਮ ਇੰਨਾ ਜ਼ਿਆਦਾ ਜ਼ਰੂਰੀ ਹੈ, ਤੂੰ ਉਹਨੂੰ ਭੁੱਲ ਨਾ ਜਾਵੀਂ। ਉਹ ਧਰਮ ਦੀ ਜਿਹੜੀ ਜੋਤੀ ਹੈ ਹਮੇਸ਼ਾ ਆਪਣੇ ਨਾਲ ਰੱਖ। ਕਿਉਂਕਿ ਤੂੰ ਥੋੜਾ ਜਿਹਾ ਭੁੱਲ ਗਿਆ, ਤੂੰ ਵਿਸਰ ਗਿਆ ਤੇ ਨਾਲ ਹੀ ਤੂੰ ਕੋਈ ਉਲਟਾ ਪੁਲਟਾ ਕਰਮ ਕਰ ਲੈਣਾ। ਨਿਜਰ ਸਾਹਿਬ ਇਹ ਸੱਚ ਹੈ। ਬਿਲਕੁਲ। ਕਿਉਂਕਿ ਮਾੜਾ ਕਰਮ ਕੀਤੇ ਬਿਨਾਂ ਆਪਾਂ ਰਹਿ ਨਹੀਂ ਸਕਦੇ। ਨਿਮਕ ਦਾ ਮਤਲਬ ਤੁਹਾਡੀ ਅੱਖ ਇੱਕ ਛਣ ਦੇ ਵਿੱਚ ਮਾੜਾ ਕੰਮ ਕਰ ਸਕਦੀ ਹੈ। ਆਪ ਜਸਟ ਪਲੀਜ਼ ਅੰਡਰਸਟੈਂਡ ਕਰੋ, ਇਹ ਕਾਫੀ ਵੱਡੀ ਗੱਲ ਕਹੀ ਨਾ। ਨਿਮਕ ਦਾ ਮਤਲਬ ਇੱਕ ਛਣ ਵੀ ਤੁਸੀਂ ਜੇਕਰ ਇੱਧਰ ਉੱਧਰ ਹੁੰਦੇ ਜੋ ਨਾ, ਵਿਚਾਰ ਚ ਚੱਲ ਜਾਂਦੇ ਜੋ, ਤੁਸੀਂ ਉਲਟਾ ਪੁਲਟਾ ਕੰਮ ਕਰ ਸਕਦੇ ਜੋ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਾਂ ਨੂੰ ਭੁੱਲ ਗਿਆ ਬਈ, ਮਾਲਕ ਦਾ ਡਰ ਨਹੀਂ ਹੈਗਾ ਤੇ ਆਪਾਂ ਕਰ ਜਾਣਾ ਹੈ ਉਹ ਕੰਮ। ਹਾਂ, ਉਹ ਤੁਸੀਂ ਭੁੱਲਣ ਦਾ ਮਤਲਬ ਇਹ ਵੀ ਕਿ ਤੁਹਾਡੇ ਕੋਲ ਤਰਾਜੂ ਨਹੀਂ ਹੈਗਾ, ਤੁਸੀਂ ਉਹ ਗੜਬੜ ਕਰਦੇ ਨੇ। ਠੀਕ ਹੈ ਜੀ। ਤੇ ਇੱਥੇ ਫਿਰ ਇਹ ਚੀਜ਼ ਨੂੰ ਆਪਾਂ ਸਮਝਣਾ ਹੈ ਕਿ ਜਦੋਂ ਆਪਾਂ ਉਹਨੂੰ ਜਪਣਾ ਹੈ, ਉਹਨੂੰ ਹਮੇਸ਼ਾ ਜਪਣਾ ਹੈ। ਜਪਣ ਦਾ ਮਤਲਬ ਧਿਆਨ ਸਿਮਰਨ। ਧਿਆਨ ਸਿਮਰਨ ਦਾ ਮਤਲਬ ਇੱਕ ਦੇਖੋ, ਇੱਕ ਚੀਜ਼ ਆਪ ਅੰਡਰਸਟੈਂਡ ਕਰੋ। ਇੱਕ ਸਮਾਂ ਆਊਗਾ ਤੁਹਾਨੂੰ ਧਿਆਨ ਸਿਮਰਨ ਵੀ ਛੱਡਣਾ ਪਵੇਗਾ। ਕਿਉਂ? ਤੁਹਾਡਾ ਜੀਵਨ ਹੀ ਧਿਆਨ ਸਿਮਰਨ ਬਣ ਜਾਣਾ ਹੈ। ਤੁਸੀਂ ਉਹ ਕਹਿੰਦਾ ਨਹੀਂ, ਸੰਤ ਕਹਿ ਰਹੇ ਨੇ, ਉਹ ਸੰਤ ਕਹਿੰਦੇ ਕਿ ਤੁਸੀਂ ਕੀ ਕਰਦੇ ਜੋ? ਉਹ ਬ੍ਰਹਮ ਗਿਆਨੀ ਕਹਿੰਦੇ ਨੇ ਜਦੋਂ ਰੋਟੀ ਖਾਣ ਦਾ ਟਾਈਮ ਹੈ ਮੈਂ ਰੋਟੀ ਖਾਂਦਾ, ਜਦੋਂ ਇਸ਼ਨਾਨ ਕਰਨ ਦਾ ਟਾਈਮ ਆਉਂਦਾ ਮੈਂ ਇਸ਼ਨਾਨ ਕਰਦਾ, ਜਦੋਂ ਰੋਟੀ ਬਣਾਉਣ ਦਾ ਟਾਈਮ ਆਉਂਦਾ ਹੈ ਤੇ ਮੈਂ ਰੋਟੀ ਬਣਾਉਣਾ ਹਾਂ। ਜੋ ਵੀ ਕੰਮ ਕਰਨਾ ਹੈ, ਜੇਕਰ ਧਿਆਨ ਤੁਹਾਡਾ ਉਸ ਕੰਮ ਦੇ ਵਿੱਚ ਹੈ ਤਾਂ ਉਹ ਕੰਮ ਨਹੀਂ ਹੈ, ਉਹ ਇੱਕ ਭਗਤੀ ਹੈ। ਕਿਉਂਕਿ ਆਪਾਂ ਸਾਰਾ ਦਿਨ ਥੋੜੀ ਭਗਤੀ ਕਰ ਸਕਦੇ ਹਾਂ, ਕੰਮ ਵੀ ਤਾਂ ਕਰਨਾ ਹੈ ਨਾ। ਬਿਲਕੁਲ, ਕੰਮ ਕਰਨਾ। ਉਸ ਟਾਈਮ ਤੇ ਜਿਹੜਾ ਕੰਮ ਕਰਨਾ ਹੈ, ਜਿੱਦਾਂ ਕਬੀਰ ਸਾਹਿਬ ਕਹਿੰਦੇ ਆ ਕਿ ਮੈਂ ਉਹ ਆਪਣਾ ਜੁਲਾਹੇ ਦਾ ਕੰਮ ਕਰਦਾ। ਇਹਦੇ ਵਿੱਚ ਗੋਰਖੀ ਸਾਹਿਬ ਜਿਹੜਾ ਹੈਗਾ ਨਾ, ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈਗਾ ਭੇਤ ਹੈਗਾ ਬਈ, ਜਦ ਮੈਂ ਜਿਹੜਾ ਕੰਮ ਕਰਦਾ ਉਸ ਕੰਮ ਦੇ ਵਿੱਚ ਹੀ ਧਿਆਨ ਹੈ। ਇਹਦਾ ਮਤਲਬ ਬਈ ਮੈਂ ਜਿਹੜੇ ਹੈਗੇ ਵਿਚਾਰ ਆਪਣੇ ਜਿਹੜੇ ਹੈਗੇ, ਜਿਹੜੇ ਮੇਰੇ ਪਾਸਟ ਔਰ ਫਿਊਚਰ 'ਚ ਜਾ ਰਹੇ ਆ, ਉਹ ਮੈਂ ਬੰਦ ਕਰ ਦਿੱਤੇ। ਉਹੀ ਤਾਂ ਤੰਗ ਕਰ ਰਹੇ ਸੀ, ਉਹੀ ਤਾਂ ਯਾਤਰਾ ਹੈਗੀ ਆਪਣੀ। ਪ੍ਰੈਜ਼ੈਂਟ ਦੇ ਵਿੱਚ ਆ ਗਿਆ, ਜੋ ਸਾਹਮਣੇ ਆਇਆ ਉਹੀ ਕਰ ਰਿਹਾ ਆ। ਬਸ ਆਹੀ ਭਗਤੀ ਹੈਗੀ। ਇਹ ਸਟੇਜ ਲਿਆਉਣੀ ਹੀ ਭਗਤੀ ਹੈਗੀ ਭਾਈ। ਗੁਰਕੀ ਸਾਹਿਬ ਸ਼ਾਇਦ ਬਿਜ਼ੀ ਹੋ ਗਏ। ਵਾਹਿਗੁਰੂ ਜੀ, ਤੁਹਾਡਾ ਕੈਮਰਾ ਆਨ ਹੋ ਗਿਆ ਜੀ। ਅੱਗੇ ਆਪਾਂ ਪੌੜੀ ਲਈਏ। ਪੌੜੀ ਜਿਹੜੀ ਹੈਗੀ, ਇਹਦੇ ਵਿੱਚ ਜਿਹੜੇ ਹੈਗੇ ਆ ਦੋਨੋਂ ਸ਼ਲੋਕ ਜਿਹੜੇ ਹੈਗੇ, ਇਹ ਕਾਰਵਾਈ ਜਿਹੜੀ ਹੈਗੀ, ਪਹਿਲਾ ਸ਼ਲੋਕ ਕਹਿੰਦਾ ਸੀਗਾ ਬਈ ਪੂਰੇ ਗੁਰੂ ਦੀ ਸੇਵਾ ਕਰਨ ਦੇ ਨਾਲ ਦੁੱਖਾਂ ਦਾ ਨਾਸ ਹੁੰਦਾ ਹੈ, ਨਾਮ ਨੂੰ ਆਰਾਧਨ ਦੇ ਨਾਲ ਕਾਰਜ ਰਾਸ ਹੁੰਦਾ ਹੈ। ਦੂਜਾ ਸ਼ਲੋਕ ਕਹਿੰਦਾ ਸੀਗਾ ਸੰਕਟ ਛੁੱਟ ਜਾਂਦੇ ਆ ਉਹ ਕੰਮ ਕਰਨ ਦੇ ਨਾਲ, ਖੁਸ਼ੀ ਖੇੜਾ ਵਿਸ਼ਰਾਮ ਕਰ ਜਾਂਦਾ ਹੈ। ਤੇ ਔਰ ਪਰਮੇਸ਼ਰ ਕਹਿੰਦੇ ਉਹ ਕੰਮ ਜਿਹੜਾ ਹੈਗਾ ਨਿਮਖ ਵਾਸਤੇ ਵੀ ਮੈਨੂੰ ਨਾਮ ਜਿਹੜਾ ਹੈਗਾ ਨਾ ਭੁੱਲੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹ ਚੀਜ਼ ਨੂੰ ਆਪਾਂ ਸਮਝਣਾ ਹੈ ਕਿ ਪਰਮਾਤਮਾ ਨੂੰ ਨਹੀਂ ਭੁੱਲਣਾ। ਬਾਣੀ 'ਚ ਵੀ ਲਿਖਿਆ ਕਿ ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋਗ। ਤੁਸੀਂ ਜਦੋਂ ਉਸ ਨੂੰ ਭੁੱਲ ਕੇ ਕੋਈ ਕੰਮ ਕਰਦੇ ਜੋ ਤੇ ਉਹ ਕੰਮ ਸਹੀ ਨਹੀਂ। ਜਿਸ ਤਰ੍ਹਾਂ ਕਹਿੰਦੇ ਆ ਕਿ ਜੇਕਰ ਬੰਦੇ ਨੇ ਜੀਵਨ ਆਪਣਾ ਉੱਚਾ ਕਰਨਾ ਹੈ ਨਾ, ਬਹੁਤ ਵਧੀਆ ਸੰਤ ਬਣਨਾ ਚਾਹੁੰਦੇ ਜੋ, ਤੁਸੀਂ ਇੱਕ ਲਫ਼ਜ਼ ਯਾਦ ਰੱਖਣਾ ਕਿ ਮੌਤ ਨੂੰ ਯਾਦ ਰੱਖਣਾ। ਮੌਤ ਨੂੰ ਅੱਗੇ ਰੱਖ ਕੇ ਕੰਮ ਕਰੀ ਜਾਓ ਤੇ ਕਹੋ ਕਿ ਮੈਂ ਏਦਾਂ ਦਾ ਕੰਮ ਨਹੀਂ ਕਰਨਾ ਕਿ ਮੇਰਾ ਮਰਨਾ ਜਿਹੜਾ ਨਾ ਉਹ ਗੜਬੜ ਹੋ ਜੇ। ਗਲਤ ਤਰੀਕੇ ਨਾਲ ਨਹੀਂ ਮਰਨਾ। ਔਰ ਗਲਤ ਤਰੀਕੇ ਨਾਲ ਮਰਨਾ ਮਤਲਬ ਕੀ ਆ, ਤੁਸੀਂ ਇੱਕ ਗਲਤ ਤਰੀਕੇ ਨਾਲ ਜੀਵਨ ਬਤੀਤ ਕਰੋਗੇ, ਫਿਰ ਉਹਦਾ ਮਰਨਾ ਉਹ ਏਡਾ ਵਧੀਆ ਨਹੀਂ, ਉਹ ਮਰਨਾ ਖਰਾਬ ਹੋ ਗਿਆ। ਠੀਕ ਹੈ ਜੀ। ਬਾਣੀ ਕਹਿੰਦੀ ਐਸੀ ਮਰਨੀ ਜੋ ਮਰੇ ਬਾਰਡਰ ਮਰਨਾ ਹੋਏ। ਆਪਾਂ ਉਹ ਮੌਤ ਨੂੰ
ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਤਾਂ ਜੋ ਇਹ ਜਿਹੜਾ ਗੜਬੜ ਹੈ ਇਹਨੂੰ ਰੋਕਿਆ ਜਾਵੇ, ਇਹਨੂੰ ਬੰਦ ਕਰ ਦਿੱਤਾ ਜਾਵੇ। ਠੀਕ ਹੈ ਜੀ। ਉਹ ਔਰ ਐਕਚੁਅਲੀ ਗੋਰਖੀ ਸਾਹਿਬ, ਜੇ ਪਰਮੇਸ਼ਰ ਜਿਹੜਾ ਹੈਗਾ ਆਪਾਂ ਨੇ ਭੁੱਲ ਗਏ ਨਾ, ਤੇ ਫਿਰ ਗੋਰਖੀ ਸਾਹਿਬ ਮਾਇਆ ਤਾਂ ਇਹੀ ਚਾਹੁੰਦੀ ਆ ਨਾ। ਮਾਇਆ ਕਹਿੰਦੀ ਆ ਅਗਲਾ ਜਦ ਤੱਕ ਪਰਮੇਸ਼ਰ ਆਪਣੇ ਯਾਦ ਦੇ ਵਿੱਚ, ਧਿਆਨ ਦੇ ਵਿੱਚ ਹੈਗਾ, ਤੇ ਮਾਇਆ ਆਪਾਂ ਨੂੰ ਕੁਝ ਨਹੀਂ ਕਰ ਸਕਦੀ। ਮਾਇਆ ਤਾਂ ਵੇਟ ਕਰਦੀ ਆ ਮਾਇਆ, ਬਈ ਇਹ ਕਾਹਦੇ ਪਰਮੇਸ਼ਰ ਨੂੰ ਭੁੱਲੇ ਔਰ ਕਾਹਦ ਮੈਂ ਇਹਨੂੰ ਦਬੋਚਾਂ। ਬਿੱਲੀ ਤਾਂ ਆਹੀ ਕੁਝ ਚਾਹੁੰਦੀ ਹੈ ਭਾਈ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਇੱਕ ਤਰਫ ਦੇਖੋ ਆਪ, ਮੈਂ ਨਾ ਕਈ ਵਾਰੀ ਵੇਖਣਾ ਸਿਗਰਟ ਦੇ ਉੱਤੇ ਲਿਖਿਆ ਹੈ ਕਿ ਜਿਹੜੀ ਸਿਗਰਟ ਹੈ ਇਹਨੂੰ ਪੀਣ ਦੇ ਨਾਲ ਤੈਨੂੰ ਕੈਂਸਰ ਜਾਂ ਕੋਈ ਬਿਮਾਰੀ ਲੱਗ ਸਕਦੀ ਹੈ। ਦੂਸਰੀ ਤਰਫ ਸ਼ਰਾਬ ਤੇ ਵੀ ਲਿਖਿਆ ਕਿ ਸ਼ਰਾਬ ਪੀਣੀ ਹੈ ਜਿਹੜੀ ਤੇਰੀ ਸਿਹਤ ਲਈ ਹਾਨੀਕਾਰਕ ਹੈ। ਆਪ ਜਸਟ ਦੇਖੋ ਲੋਕੀ ਸ਼ਰਾਬ ਪੀਣੀ ਬੰਦ ਕਰ ਦਿੰਦੇ ਆ, ਭਾਵੇਂ ਲਿਖਿਆ ਨਹੀਂ। ਕੋਈ ਸਿਗਰਟ ਪੁੱਛੋ ਇਹਨੂੰ ਕਹੋ ਕਿ ਇੱਥੇ ਐ ਤੇ ਲਿਖਿਆ ਕੈਂਸਰ ਹੋ ਜੂਗੀ ਤੇ ਤੂੰ ਕਿਉਂ ਪੀਣਾ? ਦੇਖੋ ਇਹਦਾ ਮਤਲਬ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਤੂੰ ਪਾਪ ਨਹੀਂ ਕਰਨਾ, ਤੂੰ ਮਾੜਾ ਕੰਮ ਨਹੀਂ ਕਰਨਾ, ਤੈਨੂੰ ਨਹੀਂ ਵਿਸਰਨਾ, ਪਰ ਇਹਦੇ ਬਾਵਜੂਦ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਨਿੱਜਰ ਸਾਹਿਬ। ਬਿਲਕੁਲ ਠੀਕ ਹੈ। ਮਾਇਆ ਇੰਨੀ ਪਰਬਲ ਬਣਾਈ ਹੈ, ਗੇਮ ਤਾਂ ਫਸਵੀਂ ਗੇਮ ਹੈ ਗੋਰਖੀ ਸਾਹਿਬ। ਹਾਂ, ਇਹ ਮਨ ਚੋਂ ਵਰਕਾ ਪਾੜ ਦੋ ਕਿ ਅਸੀਂ ਇੱਥੇ ਕਹਿਤਾ ਤੇ ਤੁਸੀਂ ਉਸੇ ਟਾਈਮ ਵੀ ਮਾੜੇ ਕਰਮ ਕਰਨੇ ਬੰਦ ਕਰ ਦੇਣੇ ਆ। ਇਹ ਤੇ ਲਿਖਿਆ ਵਾ ਕਿ ਉਹ ਜਿਹਦਾ ਬਹੁਤ ਤੇ ਲਿਖਿਆ ਵਾ ਕਿ ਤੂੰ ਮਾੜਾ ਕਰਮ ਨਾ ਕਰ, ਮੇਰੀ ਨਾ ਪੀ, ਤੇਰੇ ਸਰੀਰ 'ਚ ਨੁਕਸ ਪੈ ਜਾਊਗਾ। ਪਰ ਕਿ ਸ਼ਰਾਬੀ ਨੂੰ ਪੁੱਛੋ ਉਹ ਮੰਨਦਾ। ਜਿਨ੍ਹਾਂ ਦੇ ਲੀਵਰ ਖਰਾਬ ਹੋਏ ਤੇ ਉਹਨੂੰ ਕਹੋ ਵੀ ਤੇਰੇ ਦੇ ਲੀਵਰ ਦੀ ਰਿਪੋਰਟਾਂ ਵੀ ਗਲਤ ਆ ਗਈਆਂ, ਅਜੇ ਤੂੰ ਮੰਨ ਲੈ। ਉਹ ਕਹਿੰਦਾ ਅਜੇ ਚੱਲਦਾ ਤਾਂ ਹੈ ਨਾ, ਜਦੋਂ ਬਿਲਕੁਲ ਬੰਦ ਹੋ ਜੂ, ਉਹ ਕਹਿੰਦੇ ਕਿ ਬੰਦ ਹੋ ਜੂ ਫਿਰ ਘਰ ਦਾ ਲੈ ਲਾਂਗੇ। ਲੋਕ ਏਦਾਂ ਦੇ ਹੈਗੇ, ਲੋਕ ਆਪਣਾ ਨਸ਼ਾ ਨਹੀਂ ਤਿਆਗਣਾ ਚਾਹੁੰਦੇ, ਦੂਜੇ ਨੂੰ ਵੀ ਉਹ ਅੰਗਹੀਨ ਕਰ ਦਿੰਦੇ ਆ। ਸੋ ਇਹ ਚੀਜ਼ਾਂ ਹੈਗੀਆਂ। ਇਸੇ ਤਰ੍ਹਾਂ ਬਾਣੀ ਜਿਹੜੀ ਕਹਿੰਦੀ ਆ, ਬਾਣੀ ਕਹਿੰਦੀ ਕਿ ਜੇ ਤੇ ਪੜ੍ਹਨ ਦੇ ਨਾਲ ਕੋਈ ਸ਼ਰਾਬ ਦਾ ਤਿਆਗ ਕਰ ਦਿੰਦਾ ਤੇ ਸਾਰੀ ਦੁਨੀਆ 'ਚ ਨਸ਼ਾ ਖਤਮ ਹੋ ਜਾਣਾ ਸੀ ਜਾਂ ਮਾੜੇ ਕੰਮ ਬੰਦ ਹੋ ਜਾਣੇ ਸੀ। ਇਸੇ ਲਈ ਉਹ ਕਹਿੰਦੇ ਭਗਤੀ ਦਾ ਮਾਰਗ ਚੁਣੋ। ਬਾਣੀ ਕਹਿੰਦੀ ਜਾਨਤ ਵੀ ਔਗਣ ਕਰੇ। ਇੱਕ ਤੇ ਹੁੰਦਾ ਨਾ ਕਿ ਨਹੀਂ ਪਤਾ, ਉਹ ਕਹਿੰਦੇ ਬੋਤਲ ਤੇ ਵੀ ਲਿਖਿਆ, ਸਿਗਰਟ ਦੀ ਡੱਬੀ ਤੇ ਲਿਖਿਆ ਮਤ ਪੀਓ, ਪਰ ਕੀ ਉਹ ਲਿਖਣ ਦੇ ਨਾਲ ਅਗਲਾ ਉਹ ਮਾੜੇ ਕੰਮ ਕਰਨੋਂ ਹਟ ਜਾਂਦੇ ਆ? ਨਹੀਂ, ਉਹ ਨਹੀਂ ਹਟੇਗਾ, ਕਿਉਂਕਿ ਕਾਫੀ ਲੰਮੇ ਸਮੇਂ ਤੇ ਉਹਨੇ ਆਪਣੇ ਇੱਕ ਸਰੀਰ ਦੇ ਹਿੱਸੇ ਦੀ ਪੂਰਤੀ ਕੀਤੀ ਹੈ। ਅੱਜ ਉਹ ਡਿਮਾਂਡ ਬੜੀ ਹਾਈ ਲੈਵਲ ਦੀ ਹੋ ਗਈ ਹੈ। ਤੁਸੀਂ ਮਾੜਾ ਜਿਹਾ ਰੌਲਾ ਪਾਇਆ ਮੈਂ ਨਹੀਂ ਦੇਣਾ, ਅਗਲੇ ਬੰਦੇ ਡਿਮਾਂਡ ਬੜੀ ਪਾਵਰਫੁਲ ਹੈ। ਉਹਨੇ ਕਹਿਣਾ ਮਾਲਕ ਤੇ ਮੈਂ, ਤੂੰ ਨਾ ਕਰਨ ਵਾਲਾ ਕੌਣ ਹੁੰਦਾ? ਨਹੀਂ ਯਕੀਨ ਤੇ ਜਾਓ ਕਿ ਨਸ਼ੇ ਵਾਲੇ ਨੂੰ ਕਹੋ ਉਹਨੂੰ ਕਿ ਨਸ਼ਾ ਛੱਡ ਦੇ। ਉਹਦੇ ਸਰੀਰ ਦੀ ਰਿਕੁਆਇਰਮੈਂਟ ਉਸ ਤੋਂ ਵੀ ਪਾਵਰਫੁਲ ਆ, ਉਹਦੇ ਵੱਸ ਦੀ ਗੱਲ ਨਹੀਂ ਵਿਚਾਰੇ ਦੀ। ਅੱਛਾ ਸਾਹਿਬ, ਬਿਲਕੁਲ। ਲੋਕੀ ਕਹਿੰਦੇ ਜੀ ਮੈਂ ਸ਼ਰਾਬ ਪੀਣਾ, ਮੈਂ ਬੰਦ ਕਰ ਦਾਂਗਾ। ਕਰਦੇ ਹਾਂ, ਕਰਕੇ ਦਿਖਾ, ਪਰ ਜਾ ਤੈਨੂੰ ਪਤਾ ਲੱਗ ਜੂ ਕਿ ਜਿਹੜਾ ਤੇਰੇ ਅੰਦਰ ਜਿਹੜਾ ਜੀਵ ਆ, ਜਿਹਨੂੰ ਤੂੰ ਇੰਨੇ ਸਮੇਂ ਤੋਂ ਰੋਜ਼ ਚੀਜ਼ ਦੇ ਰਿਹਾ, ਉਹਦੀ ਡਿਮਾਂਡ ਪੂਰੀ ਕਰ ਰਿਹਾ, ਅੱਜ ਤੂੰ ਉਹਨੂੰ ਨਾ ਦੇ, ਵੇਖੀ ਤੇਰੇ ਅੰਦਰ ਕਿੱਦਾਂ ਪਸੂੜੀ ਪੈਂਦੀ। ਅਗਲੇ ਨੇ ਤੁਹਾਨੂੰ ਹਿਲਾ ਦੇਣਾ। ਤੇ ਆਪ ਜਸਟ ਸੋਚੋ ਕਿ ਇੱਕ ਛੋਟੀ ਜਿਹੀ ਸ਼ਰਾਬ ਹੈ, ਕੋਈ 5-7 ਸਾਲ ਤੋਂ ਉਹਨੇ ਪੀਣੀ ਸ਼ੁਰੂ ਕੀਤੀ ਹੈ, ਤੇ ਜਿਹੜੇ ਮਾੜੇ ਕਰਮ ਆਪਾਂ ਪਤਾ ਨਹੀਂ ਕਦੋਂ ਦੇ ਕਰਨੇ ਆ, ਕਿੰਨੇ ਸੰਸਕਾਰ ਆ ਸਾਡੇ ਅੰਦਰ, ਪਰ ਤੁਸੀਂ ਉਹਨਾਂ ਨੂੰ ਕਰਨ ਤੋਂ ਆਪਣੇ ਆਪ ਨੂੰ ਰੋਕੋਗੇ ਤੇ ਅੰਦਰ ਤੂਫਾਨ ਨਹੀਂ ਆਊਗਾ। ਨਿੱਜਰ ਸਾਹਿਬ, ਬਿਲਕੁਲ ਆਊਗਾ ਜੀ ਗੋਰਖੀ ਸਾਹਿਬ, ਬਿਲਕੁਲ ਆਊਗਾ। ਹਾਂ, ਇਸ ਕਰਕੇ ਉਹ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਅੱਜ ਮੈਂ ਮੈਡਮ ਦੇ ਨਾਲ ਵਾਕ ਤੇ ਗਿਆ ਤੇ ਉਹ ਕੋਈ ਟੌਪਿਕ ਸੀ ਤੇ ਮੈਂ ਚਾਹੁੰਦਾ ਸੀ ਕਿ ਮੈਡਮ ਵੀ ਥੋੜਾ ਧਿਆਨ ਦੇਵੇ, ਬੱਚੇ ਵੱਡੇ ਹੋ ਰਹੇ ਆ, ਮੈਂ ਕੋਈ ਚੰਗੇ ਸੰਸਕਾਰ ਦਓ ਇਹਨਾਂ ਨੂੰ। ਤੇ ਮੈਂ ਕਿਹਾ ਰਿਕਾਰਡਿੰਗ ਸੁਣ ਲਾ, ਕਿਉਂਕਿ ਮੇਰੀ ਇਹ ਤਾਂ ਗੱਲ ਸੁਣਦੀ ਨਹੀਂ ਨਾ ਅਗਲੀ। ਤੁਹਾਨੂੰ ਪਤਾ ਹੀ ਹੈ ਕਿ ਬੰਦਾ ਕਿਹੜਾ ਪਰਵਾਹ ਕਰਦੇ, ਕਿੰਨੀ ਮੈਂ ਬੜੀ ਗਿਆਨੀ ਆ। ਤੇ ਮੈਂ ਉਹਨੂੰ ਰਿਕਾਰਡਿੰਗ ਸੁਣਾਈ, ਉਹਦੇ ਚ ਉਹਨੇ ਬੜਾ ਸੋਹਣਾ, ਉਹ ਜਿਹੜਾ ਬੰਦਾ ਸੀ ਬੜਾ ਸੋਹਣਾ ਉਹਨੇ ਗੱਲ ਸੁਣਾਈ। ਉਹ ਕਹਿੰਦਾ ਕਿ ਬੱਚੇ ਤੁਹਾਡੇ ਇੱਕ ਰਿਕਾਰਡਰ ਆ, ਟੇਪ ਰਿਕਾਰਡਰ। ਇਸ ਟਾਈਮ ਤੇ ਛੋਟੇ ਬੱਚੇ ਆ, ਤੁਸੀਂ ਜਿੱਦਾਂ ਦਾ ਮਰਜ਼ੀ ਰਿਕਾਰਡਿੰਗ ਉਹਦੇ ਚ ਕਰ ਸਕਦੇ ਜੋ ਨਿੱਜਰ ਸਾਹਿਬ। ਪਰ ਕਹਿੰਦੇ ਇੱਕ ਟਾਈਮ ਆ ਗਿਆ ਜਦੋਂ ਉਹ ਰਿਕਾਰਡਿੰਗ ਕੰਪਲੀਟ ਹੋ ਗਈ ਨਾ, ਫਿਰ ਉਹ ਚ ਡਿਲੀਟ ਕਰਨਾ ਬੜਾ ਔਖਾ ਹੈ। ਫਿਰ ਤੇ ਗਾਣੇ ਉਹ ਵੱਜਣੇ ਜਿਹੜੇ ਤੁਸੀਂ ਭਰੇ ਆ। ਉਹ ਸਬਕੌਂਸ਼ੀਅਸ ਮਾਈਂਡ ਦੀ ਗੇਮ ਹੋ ਜਾਂਦੀ ਹੈ ਨਾ ਵੀਰ ਜੀ। ਹਾਂ, ਔਰ ਇਸੇ ਤਰ੍ਹਾਂ ਵੇਖੋ ਕਈ ਬੰਦੇ ਆ, ਹੁਣ ਉਹ ਬੰਦੇ ਵੇਖ ਲਓ ਤੁਹਾਡੇ ਪਰਿਵਾਰ ਚ ਹੋਣੇ, ਤੁਸੀਂ ਹੋਣਾ, ਤੁਸੀਂ ਵੀ ਹੋ ਸਕਦੇ ਖੁਦ। ਕਿਸੇ ਨੂੰ ਤਾਂ ਕੀ ਕਹਿਣਾ, ਮੈਂ ਤਾਂ ਆਪਣੀ ਗੱਲ ਕਰਦਾ। ਉਹ ਸਾਡੇ ਕਈ ਏਦਾਂ ਦੇ ਗਾਣੇ ਹੈਗੇ ਨੇ, ਉਹ ਬਾਰ-ਬਾਰ ਵੱਜਦੇ ਨੇ, ਉਹ ਜਦ ਕੀ ਪਤਾ ਵੀ ਉਹ ਗਾਣਾ ਏਡਾ ਵਧੀਆ ਨਹੀਂ ਹੈ, ਲੋਕੀ ਲਾਈਕ ਨਹੀਂ ਕਰਦੇ, ਪਰ ਨਿੱਜਰ ਸਾਹਿਬ ਉਹ ਮੂੰਹ ਚੋਂ ਨਿਕਲ ਜਾਂਦਾ। ਬਿਲਕੁਲ।
ਤੇ ਵੀਰ ਜੀ ਤੁਹਾਡੀ ਇੱਕ ਇਹ ਕੋਈ ਰਿਕਾਰਡਿੰਗ ਸੀ ਚੀਜ਼ਾਂ ਜਿਹਦੇ 'ਚ ਤੁਸੀਂ ਇਹ ਕਿਹਾ ਸੀ ਕਿ ਵੀ ਜਦੋਂ ਤੁਸੀਂ ਘਰੋਂ ਜਾਓ ਤਾਂ ਉਹ ਜਿਹੜਾ ਤੁਹਾਡੇ ਮਨ 'ਚ ਡਾਟਾ ਫੀਡ ਹੈ ਨਾ ਕਿ ਵੀ ਮੈਂ ਇਸ ਰਸਤੇ ਤੋਂ ਜਾਣਾ ਹੈ, ਜਾਣਬੁੱਝ ਕੇ ਦੂਜੇ ਪਾਸੇ ਦੀ ਜਾਓ ਤਾਂ ਕਿ ਤੁਸੀਂ ਹੋਸ਼ਪੂਰਵਕ ਜਾਓ। ਹਾਂ, ਦੂਜੀ ਜਗ੍ਹਾ ਤੇ ਜਾਣਾ ਨਹੀਂ ਨਾ ਚਾਹੁੰਦਾ। ਉਹ ਕਹਿੰਦਾ ਨਾ ਕਿ ਰਸਤਾ ਬਸ ਉਹ ਨਵਾਂ ਜੋ ਹੈ, ਭਰਿਆ ਉਹਦਾ ਨਵੇਂ ਡਾਟਾ ਨੇ। ਰੀਲ ਭਰੀ ਆ ਉਸੇ ਤਰੀਕੇ ਨਾਲ ਉਹ ਜਾਣਾ ਚਾਹੀਦਾ ਜਾਈ ਜਾ ਰਿਹਾ ਉਹ। ਹਾਂ, ਇਸ ਕਰਕੇ ਠੀਕ ਹੈ ਜੀ, ਬਹੁਤ ਵਧੀਆ ਜੀ। ਪਲੀਜ਼ ਆਪ ਜਿਹੜਾ ਵੀ ਰਿਕਾਰਡ ਕਰਨਾ ਆਪਣੇ ਬੱਚਿਆਂ ਨੂੰ ਜੋ ਸੰਸਕਾਰ ਦੇਣੇ ਜੇ, ਦੇਖੋ ਜਿੱਦਾਂ ਆਪਾਂ ਬੱਚਿਆਂ ਦੇ ਲਈ ਕਮਾਈ ਕਰਕੇ ਉਹਨਾਂ ਨੂੰ ਦੇਣਾ ਜ਼ਰੂਰੀ ਸਮਝਦੇ ਆ ਨਾ, ਉਹਨਾਂ ਨੂੰ ਚੰਗੇ ਸਕੂਲ 'ਚ ਪੜ੍ਹਾਈ ਕਰਾਉਣਾ ਅਸੀਂ ਜ਼ਰੂਰੀ ਸਮਝਦੇ ਆ, ਉਸੇ ਹੀ ਤਰ੍ਹਾਂ ਤੁਹਾਡਾ ਇੱਕ ਬਹੁਤ ਵੱਡਾ ਇੱਕ ਧਰਮ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ। ਉਹਨੂੰ ਇਹ ਤੇ ਸਿਖਾਓ ਜ਼ਰੂਰੀ ਕਿ ਪੈਸਾ ਕਿੱਦਾਂ ਕਮਾਉਣਾ, ਉਹਨੂੰ ਇਹ ਵੀ ਸਿਖਾਓ ਕਿ ਇੱਕ ਚੰਗਾ ਇਨਸਾਨ ਕਿੱਦਾਂ ਬਣਨਾ। ਔਰ ਇਹਦੇ ਲਈ ਸ਼ੁਰੂਆਤ ਪਤਾ ਕੀ ਆ, ਉਹ ਤੁਹਾਡੇ ਕਹਿਣ ਤੇ ਨਹੀਂ ਉਹਨੇ ਮੰਨਣਾ, ਉਹ ਤੁਹਾਨੂੰ ਖੁਦ ਕਰਨਾ ਪੈਣਾ ਪਹਿਲਾਂ। ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਆਪਾਂ ਨੂੰ ਆਪ ਕਰਨਾ ਪੈਣਾ ਪਹਿਲਾਂ। ਬਾਣੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾ ਕੇ ਗਈ। ਕਹਿੰਦੀ ਬਾਣੀ ਕਹਿੰਦੀ ਆ, ਅਵਰ ਉਪਦੇਸ਼ੇ ਆਪ ਨਾ ਕਰੇ ਆਵਦ ਜਾਵਤ ਜਨਮੇ ਮਰੇ। ਜਿਹੜਾ ਬੰਦਾ ਖੁਦ ਨਹੀਂ ਕਰਦਾ, ਦੂਜੇ ਨੂੰ ਉਪਦੇਸ਼ ਕਰਦਾ, ਤੇ ਕਹਿੰਦੇ ਫਿਰ ਉਹ ਦੂਜੇ ਨੇ ਕਿੱਥੋਂ ਸੁਣਨਾ ਜਦੋਂ ਤੂੰ ਖੁਦ ਨਹੀਂ ਕੀਤਾ। ਔਰ ਇਸ ਕਰਕੇ ਕਹਿੰਦੇ ਨੇ ਕਿ ਜਿਨ੍ਹਾਂ ਘਰਾਂ 'ਚ ਛੋਟੇ ਬੱਚੇ ਹੋਣ, ਮਾਂ-ਬਾਪ ਨੂੰ ਇੱਕ ਰੋਲ ਮਾਡਲ ਦਾ ਪਾਰਟ ਅਦਾ ਕਰਨਾ ਚਾਹੀਦਾ। ਔਰ ਜਿੱਦਾਂ ਤੁਸੀਂ ਆਪਣੇ ਪਤੀ ਨਾਲ ਗੱਲ ਕਰਦੇ ਜੋ, ਜਿੱਦਾਂ ਤੁਸੀਂ ਆਪਣੀ ਪਤਨੀ ਨਾਲ ਗੱਲ ਕਰਦੇ ਜੋ, ਤੇ ਹੁਣ ਤੁਹਾਡੇ ਲਾਈਫ ਦੇ ਵੇਖੋ ਕਈ ਵਾਰੀ ਮੈਟਰ ਹੁੰਦੇ ਨੇ। ਹੁਣ ਕਈ ਵਾਰੀ ਮੈਂ ਵੀ ਉੱਥੇ ਘਰੇ ਬੈਠਾ, ਡਿਸਪਿਊਟ ਪੈ ਜਾਂਦੇ, ਲੜਾਈ ਝਗੜਾ ਹੋ ਜਾਂਦਾ। ਉਹ ਬੱਚੇ ਤੁਹਾਨੂੰ ਵੇਖਦੇ ਆ ਕਿ ਮੰਮੀ ਪਾਪਾ ਇਸ ਸਮੱਸਿਆ ਨੂੰ ਕਿੱਦਾਂ ਹੱਲ ਕਰਦੇ, ਤੇ ਜੇ ਤੁਸੀਂ ਡਾਂਗ ਫੜ ਲਈ ਨਿਜਰ ਸਾਹਿਬ, ਬਿਲਕੁਲ ਖਤਮ ਹੋ ਗਈ ਕਾਰਵਾਈ। ਬਸ ਫਿਰ ਬੱਚੇ ਨੇ ਤਾਂ ਡਾਂਗ ਫੜਨੀ ਪਾਣੀ, ਉਹਨੇ ਗਨ ਲਿਆਉਣੀ ਆ, ਉਹਨੇ ਕਹਿਣਾ ਇਹ ਤੇ ਬੜਾ ਵਧੀਆ ਤਰੀਕਾ ਵਾ, ਕੋਈ ਬੋਲਣ ਦੀ ਲੋੜ ਹੀ, ਡਾਂਗ ਕੱਢੋ, 2-3 ਜੜ ਦੋ ਅਗਲੇ ਦੇ, ਅਗਲਾ ਚੁੱਪ। ਹਾਂ, ਪਰ ਉੱਥੇ ਆਪਾਂ ਗਲਤ ਹੋ ਜਾਾਂਗੇ ਨਾ। ਉਹ ਤੇ ਬਾਰ-ਬਾਰ ਕਿੰਨੀਆਂ ਕਿ ਡਾਂਗਾ ਚੁੱਕੋਗੇ, ਉਹ ਤੇ ਹੱਲ ਨਹੀਂ। ਉੱਥੇ ਤੁਹਾਨੂੰ ਕਮਿਊਨੀਕੇਸ਼ਨ ਕਰਨਾ ਪਊਗਾ। ਕਮਿਊਨੀਕੇਸ਼ਨ ਦਾ ਮਤਲਬ ਇਹ ਹੁੰਦਾ ਵਾ ਕਿ ਉਸ ਗੱਲ ਨੂੰ ਠੰਡੇ ਟੈਂਪਰ ਤੇ ਬਹਿ ਕੇ ਵਿਚਾਰ ਕਰੀਏ ਬਈ ਇਹ ਗੱਲ ਹੋਈ ਕਿਉਂ। ਫਿਰ ਅਗਲਾ ਵੀ ਆਪਣਾ ਪੱਖ ਦੱਸੂਗਾ ਨਿਜਰ ਸਾਹਿਬ, ਕਿ ਬਈ ਇਹ ਦੇਖ, ਜੇ 100% 'ਚ ਮੇਰਾ ਕਸੂਰ, 90% ਮੇਰਾ ਵਾ, ਤੇ 10% ਤੁਸੀਂ ਵੀ ਇੱਥੇ ਕੰਮ ਕਰ ਰਹੇ। ਤੇ ਉਹ ਗੱਲਬਾਤ ਕਰਨ ਦੇ ਨਾਲ ਬੜੇ ਮਸਲੇ ਹੱਲ ਹੁੰਦੇ ਆ। ਔਰ ਮੈਂ ਤੇ ਚਾਹੁੰਦਾ ਖਾਸ ਕਰਕੇ ਜਿਹੜਾ ਜੀਵਨ ਸਾਥੀ ਆ, ਤੁਸੀਂ ਉਹਦੇ ਨਾਲ ਜ਼ਰੂਰ ਗੱਲਬਾਤ ਕਰਿਆ ਕਰੋ, ਉਹਦੇ ਨੂੰ ਦੱਸਿਆ ਵੀ ਕਰੋ। ਕਿ ਹੁਣ ਮੈਂ ਮੈਡਮ ਨੂੰ ਜਿੱਦਾਂ ਕੱਲ ਦੱਸਿਆ, ਮੈਨੂੰ ਨੁਕਤਾ ਲੱਗਿਆ, ਤੁਹਾਡੇ ਨਾਲ ਮੈਂ ਸਾਂਝਾ ਕਰ ਲਿਆ ਕਿ ਬਈ ਮੈਡਮ ਬੇਗਮ ਆੜੇ ਬੱਚੇ ਆਪਣੇ ਹੈਗੇ ਆ, ਆਪਾਂ ਇਹਨਾਂ ਦੀ ਪਰਵਰਿਸ਼ ਕਿੱਦਾਂ ਕਰਨੀ ਹੈ। ਤੇ ਉਹ ਕਹਿੰਦੀ ਹੈ ਕਿ ਚਲੋ ਮੈਂ ਵੀ ਪੜਾਉਂਗੀ। ਉਹਨੂੰ ਅੰਡਰਸਟੈਂਡਿੰਗ ਹੋ ਗਈ, ਉਹਦੇ ਮਨ 'ਚ ਪਤਾ ਲੱਗਾ ਕਿ ਮੈਨੂੰ ਵੀ ਕੋਈ ਨਾ ਕੋਈ ਰੋਲ ਪਲੇ ਕਰਨਾ ਪਊਗਾ। ਬੇਸ਼ੱਕ ਟਿਊਸ਼ਨਾਂ ਪੜ੍ਹਦੇ ਬੱਚੇ ਸਕੂਲ ਵਧੀਆ 'ਚ ਪਾਏ ਨੇ, ਪਰ ਇਹਦੇ ਬਾਵਜੂਦ ਵੀ ਅੱਧਾ ਘੰਟਾ 15 ਮਿੰਟ ਉਹਨਾਂ ਬੱਚਿਆਂ ਨੂੰ ਮੈਂ ਵੀ ਪੜਾਉਣਾ ਹੈ। ਇੱਕ ਤੇ ਬੱਚਿਆਂ ਨੂੰ ਡਿਸਿਪਲਿਨ ਬਣੂਗਾ ਕਿ ਮਾਂ ਦੇ ਲਾਗੇ ਬਹਿਣਗੇ, ਫਿਰ ਮਾਂ ਨੂੰ ਇਹ ਵੀ ਪਤਾ ਲੱਗੂ ਕਿ ਮੇਰੇ ਬੱਚਿਆਂ ਦੇ ਅੰਦਰ ਕਿੰਨਾ ਕੁ ਗਿਆਨ ਹੈਗਾ, ਕੋਈ ਰੱਟਾ ਤੇ ਨਹੀਂ ਕਿਤੇ ਮਾਰੀ ਜਾ ਰਹੇ, ਤੇ ਉਹਨਾਂ ਨੂੰ ਸੱਚੀ ਪਤਾ ਕਿ ਨਹੀਂ ਪਤਾ। ਤੋ ਕਹਿਣ ਤੋਂ ਭਾਵ ਹੈ ਕਿ ਦੇਖੋ ਬੱਚਿਆਂ ਦੀ ਪਰਵਰਿਸ਼ ਕਰਨੀ ਉਹਦੀ ਜ਼ਿੰਮੇਵਾਰੀ ਸਾਡੀ ਹੈ। ਔਰ ਕਈ ਵਾਰੀ ਬੰਦੇ ਕੀ ਕਹਿੰਦੇ, ਬਾਜੀ ਮੇਰੇ ਕੋਲ ਟਾਈਮ ਨਹੀਂ ਹੈਗਾ। ਉਹ ਛੋਟਾ ਬੱਚਾ ਕਹਿੰਦਾ ਪਾਪਾ ਆਹ ਕਰ ਆਹ ਕਰ। ਹੁਣ ਉਹ ਜਿਹੜਾ ਬੱਚਾ ਹੈ, ਜਿਸ ਬੱਚੇ ਦੇ ਨਾਲ ਤੁਹਾਡਾ ਰਿਲੇਸ਼ਨ ਸੀ, ਤੁਸੀਂ ਰਿਲੇਸ਼ਨ ਬ੍ਰੇਕ ਕਰਤਾ। ਕਿਉਂ ਕਰਤਾ? ਤੁਹਾਡੇ ਕੋਲ ਟਾਈਮ ਨਹੀਂ, ਤੁਸੀਂ ਪੈਸੇ ਇਕੱਠੇ ਕਰ ਰਹੇ ਹੋ, ਔਰ ਪੈਸੇ ਕਿਹਨੂੰ ਦੇਣੇ ਆ? ਉਸੇ ਬੱਚੇ ਨੂੰ ਦੇਣੇ ਆ ਤੁਸੀਂ। ਉਹ ਤਾਂ ਕਹਿ ਦਿੰਦੇ ਕਿ ਉਹ ਤਾਂ ਇਸ ਤਰ੍ਹਾਂ ਹੁੰਦਾ ਹੈ, ਬੱਚਾ ਆਇਆ ਕਿਸੇ ਪਰੇ ਹੋ ਜਾ ਚੱਲ ਦੌੜ ਜਾ, ਆਪਣਾ ਕੰਮ ਕਰ, ਮੈਨੂੰ ਨਾ ਤੰਗ ਕਰ, ਬਸ ਇੰਨਾ ਕੁ ਜਵਾਬ ਹੁੰਦਾ। ਆਹੋ, ਤੇ ਫਿਰ ਉਹ ਕੀ ਕਰਦਾ? ਉਹ ਬੱਚਾ ਫਿਰ ਵੇਖਦਾ ਕਿ ਇਹ ਤੇ ਦੋ ਬੰਦੇ ਹੈਗੇ ਮੇਰੇ ਘਰੇ ਰਹਿੰਦੇ ਨੇ, ਕਹਿਣ ਨੂੰ ਤੇ ਇੱਕ ਮੇਰਾ ਪਿਓ ਤੇ ਇੱਕ ਮੇਰੀ ਮਾਂ ਵਾ, ਤੇ ਇਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਮੇਰੇ ਲਈ। ਉਹ ਫਿਰ ਬਾਹਰੀ ਦੋਸਤ ਭਾਲਦਾ, ਉਹਦੇ ਦੋਸਤ ਬਣ ਜਾਂਦੇ ਨੇ ਬਾਹਰ, ਤੇ ਹੌਲੀ ਹੌਲੀ ਕਰਕੇ ਉਹ ਤੁਹਾਡੇ ਤੋਂ ਟੁੱਟਦਾ ਬਿਲਕੁਲ ਟੁੱਟ ਜਾਏ। ਇਹ ਬਹੁਤ ਵੱਡੀ ਪ੍ਰੋਬਲਮ ਹੈ, ਔਰ ਇਸ ਪ੍ਰੋਬਲਮ ਨੂੰ ਹੱਲ ਕੀਤਾ ਜਾ ਸਕਦਾ ਹੈ ਆਪਣਾ, ਜਿੱਦਾਂ ਤੁਸੀਂ ਰੋਲ ਅਦਾ ਕਰਦੇ ਨਾ ਪੈਸੇ ਕਮਾਉਣ ਦਾ, ਉਸੇ ਹੀ ਤਰ੍ਹਾਂ ਤੁਸੀਂ ਇੱਕ ਪਿਓ ਬਣ ਕੇ, ਇੱਕ ਮਾਂ ਬਣ ਕੇ ਆਪਣੇ ਦਿਨ ਦੇ ਵਿੱਚੋਂ ਕੁਝ ਮਿੰਟ ਉਹਨਾਂ ਨੂੰ ਦਿਓ। ਉਹ ਤੁਹਾਡੀ ਅਟੈਂਸ਼ਨ ਮੰਗਦੇ ਆ, ਕੁਛ ਨਹੀਂ ਪੁੱਛਣਾ ਨਾ, ਕਮ ਸੇ ਕਮ ਉਹਨਾਂ ਕੋਲ ਇਹ ਪੁੱਛ ਲਓ ਕਿ ਪੁੱਤ ਤੇਰਾ ਦਿਨ ਕਿੱਦਾਂ ਲੰਘਿਆ। ਨਿਜਰ ਸਾਹਿਬ, ਬਿਲਕੁਲ, ਉਹ ਦੱਸੂ ਅਗਲਾ,
ਹਾਂ ਮੰਮੀ ਮੈਂ ਤੇ ਸਕੂਲੇ ਗਿਆ ਸੀ, ਉਹ ਨਾ ਫਲਾਨੀ ਟੀਚਰ ਨੇ ਮੈਨੂੰ ਕਹਿੰਦੀ ਕਿ ਏਦਾਂ ਕਰ ਆਹ ਸਬਕ ਸੁਣਾ, ਤੇ ਉਹ ਮੈਂ ਤਾਂ ਸੁਣਾਤਾ। ਔਰ ਵੇਖੋ ਉਹ ਕਿੰਨਾ ਫਿਰ ਉਹ ਨਾ ਖੁਸ਼ੀ ਨਾਲ ਤੁਹਾਨੂੰ ਆਪਣੀਆਂ ਗੱਲਾਂ ਸ਼ੇਅਰ ਕਰੇਗਾ। ਤੁਸੀਂ ਪੁੱਛੋਗੇ ਨਹੀਂ ਤੇ ਉਹਨੇ ਕੁਛ ਨਹੀਂ ਜੇ ਦੱਸਣਾ। ਹੁਣ ਤੁਸੀਂ ਹੁਣ ਕਹੋ ਕਿ ਬੱਚੇ ਦੀਆਂ ਗੱਲਾਂ, ਮੈਂ ਕੀ ਇੰਟਰਸਟ ਆ, ਇਹਨੇ ਕੀ ਕੀਤਾ ਕਲਾਸ ਚ, ਚਾਕਲੇਟ ਵੰਡੀ ਆ, ਪੜ੍ਹਿਆ ਕਿ ਨਹੀਂ ਪੜ੍ਹਿਆ, ਮੈਂ ਕੀ ਲੈਣਾ ਦੇਣਾ। ਪਰ ਨਹੀਂ, ਉਹਦੀਆਂ ਗੱਲਾਂ ਨੂੰ ਤੁਹਾਨੂੰ ਸੁਣਨਾ ਹੀ ਪੈਣਾ ਵਾ। ਉਹ ਤੁਹਾਡੇ ਕਰੀਬ ਆਊਗਾ। ਤੁਸੀਂ ਕਰੀਬ ਕਿੱਥੋਂ ਆਓਗੇ? ਇੱਕ ਟ੍ਰੇਨ ਦੇ ਡੱਬੇ 'ਚ ਬੈਠੇ ਜੋ, ਭਾਵੇਂ ਤੁਸੀਂ 100 ਸਾਲ ਤੋਂ ਬੈਠੇ ਜੋ, ਤੁਸੀਂ ਨਹੀਂ ਇੱਕ ਦੂਜੇ ਨੂੰ ਜਾਣਦੇ। ਤੁਸੀਂ ਕਦੋਂ ਜਾਣੋਗੇ? ਜਦੋਂ ਇੱਕ ਦੂਜੇ ਨਾਲ ਗੱਲਬਾਤ ਕਰੋਗੇ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ। ਇਸੇ ਤਰ੍ਹਾਂ ਘਰਾਂ 'ਚ ਬੈਠੇ ਆ, ਕੋਈ ਕਹਿੰਦਾ ਮੈਂ ਤੇਰੀ ਘਰ ਦੀ ਆ, ਕੋਈ ਕਹਿੰਦਾ ਮੈਂ ਤੇਰਾ ਘਰ ਦਾ, ਮਾਂ ਦਾ ਸਿਰ ਆ ਤੁਸੀਂ ਦੋਵੇਂ। ਤੁਸੀਂ ਗੱਲਬਾਤ ਤੇ ਕਰਦੇ ਨਹੀਂ, ਤੁਹਾਡੀ ਕੋਈ ਅੰਡਰਸਟੈਂਡਿੰਗ ਨਹੀਂ ਹੈਗੀ। ਤੇ ਜਗਲਾ ਗੱਲ ਕਰਦਾ, ਉਹ ਵਿਚਾਰੀ ਕਿਸੇ ਦੀ ਕੰਪਲੇਂਟ ਕਰਦੀ ਹੈ ਜੀ ਫਲਾਣੇ ਨੇ ਇੰਜ ਕੀਤਾ। ਆਪਾਂ ਕਹਿੰਦੇ ਛੱਡ ਕਿਹੜਾ ਤੂੰ ਕੀ ਚੁਗਲੀਆਂ ਕਰਨੀਆਂ। ਉਹ ਨਹੀਂ, ਉਹ ਭਰਾਵਾ ਉਹਦੀਆਂ ਗੱਲਾਂ ਸੁਣੋ, ਉਹਦੀ ਗੱਲ ਸੁਣੋਗੇ ਤੇ ਨਿੱਜਰ ਸਾਹਿਬ ਫਿਰ ਵੀ ਤਾਂ ਕੁਛ ਉਹ 'ਚ ਮੋਡੀਫਾਈ ਕੀਤੀ ਜਾ ਸਕਦੀ ਆ। ਜਦੋਂ ਤੁਸੀਂ ਪਹਿਲੀ ਗੱਲ ਤੇ ਹੀ ਰੋਕਤਾ ਨੂੰ ਕਿ ਵੀ ਤੇਰੀਆਂ ਗੱਲਾਂ ਮੇਰੇ ਇੰਟਰਸਟ 'ਚ ਨਹੀਂ ਆ, ਤੇਰੀ ਬੁੱਧੀ ਬੜੀ ਘੱਟ ਆ, ਤੂੰ ਉੱਚੀ ਗੱਲ ਕਰ। ਹੁਣ ਉੱਚੀ ਕਿੱਥੋਂ ਕਰੇ? ਜ਼ੋਰ ਕੋ ਹੈਗਾ ਵਿਚਾਰੀ ਕੋ, ਉਹਨੇ ਉਹੀ ਗੱਲ ਕਰਨੀ ਹੈ, ਛੋਟੀਆਂ ਮੋਟੀਆਂ ਗੱਲਾਂ। ਤੋ ਰਿਸ਼ਤਿਆਂ ਦੇ ਵਿੱਚ ਦੇਖੋ ਇਹ ਆਪਾਂ ਘਰੇ ਜਦੋਂ ਆਪਾਂ ਆਉਂਦੇ ਆ ਨਾ, ਦੇਖੋ ਜਿਹੜੀ ਔਰਤਾਂ ਦੀ ਸਾਈਕੋਲੋਜੀ ਹੈ ਨਾ ਉਹ ਡਿਫਰੈਂਟ ਆ। ਉਹ ਸਾਡੇ ਵਾਂਗੂ ਨਹੀਂ ਸੋਚ ਸਕਦੇ, ਮਰਦਾਂ ਵਾਂਗੂ ਨਹੀਂ ਸੋਚ ਸਕਦੇ। ਉਹਨਾਂ ਦੀ ਸੋਚ ਦੀ ਧਾਰਾ ਹੋਰ ਤਰ੍ਹਾਂ ਦੀ ਆ, ਉਹ ਬਿਲਕੁਲ ਡਿਫਰੈਂਟ ਉਹਨਾਂ ਦਾ ਕਰੈਕਟਰ ਆ। ਔਰ ਉਹ ਕਰੈਕਟਰ ਰੱਬ ਨੇ ਉਹਨਾਂ ਨੂੰ ਦਿੱਤਾ ਹੈ। ਉਹ ਵੈਰੀ ਵੈਰੀ ਡੀਪ ਉਹਨਾਂ ਦੇ ਅੰਦਰ ਹੈਗਾ ਨਿੱਜਰ ਸਾਹਿਬ। ਔਰ ਜੇ ਆਪਾਂ ਉਹਨੂੰ ਕੰਪੇਅਰ ਕਰੀਏ ਕਿ ਲਾਈਕ ਬੰਦਿਆਂ ਨੂੰ, ਤੇ ਇਟ ਇਜ਼ ਨਾਟ ਪੋਸੀਬਲ। ਹੁਣ ਦੇਖੋ, ਪਤਾ ਨਹੀਂ ਮੈਂ ਕਿਤਾਬ 'ਚ ਪੜ੍ਹ ਰਿਹਾ ਸੀ, ਬੜੀ ਕੰਮ ਦੀ ਗੱਲ। ਕਹਿੰਦਾ ਜਦੋਂ ਬੰਦਾ ਪਿਆਰ 'ਚ ਹੁੰਦਾ ਨਾ, ਤੇ ਇੱਕ ਔਰਤ ਵਾਂਗੂ ਐਕਟ ਕਰਦਾ ਨਿੱਜਰ ਸਾਹਿਬ। ਤੇ ਜਦੋਂ ਔਰਤ ਨੂੰ ਗੁੱਸਾ ਚੜਿਆ ਹੁੰਦਾ ਤੇ ਇੱਕ ਬੰਦੇ ਵਾਂਗੂ ਐਕਟ ਕਰਦੀ ਉਹ। ਮੇਰੀ ਗੱਲ ਫੇਰ ਸੁਣ ਲਓ, ਬਹੁਤ ਵਧੀਆ। ਜਦੋਂ ਬੰਦਾ ਪਿਆਰ 'ਚ ਹੁੰਦਾ ਤੇ ਉਹ ਇੱਕ ਔਰਤ ਦੇ ਵਾਂਗੂ ਕਰੈਕਟਰ ਪਲੇ ਕਰਦਾ ਹੈ, ਔਰ ਜਦੋਂ ਔਰਤ ਨੂੰ ਗੁੱਸਾ ਚੜਿਆ ਹੁੰਦਾ ਹੈ ਉਹ ਮਰਦ ਦਾ ਕਰੈਕਟਰ ਪਲੇ ਕਰਦੀ ਹੈ। ਵੇਖੋ ਉਹਨੂੰ ਗੁੱਸਾ ਚੜਿਆ ਹੋਊਗਾ, ਤੁਸੀਂ ਨੋਟ ਕਰਕੇ ਵੇਖ ਲਿਓ। ਹਾਂ ਚਰਨਜੀਤ ਦੀ ਬਿਲਕੁਲ ਸਹੀ ਆ। ਉਸ ਟਾਈਮ ਉਹ ਆਪਣੀ ਪਰਸਨੈਲਿਟੀ ਤੋਂ ਕੁਝ ਹੋਰ ਹੀ ਬਣ ਜਾਂਦੀ ਹੈ। ਕਰੋਗੇ ਤਾਂ ਭਗਤੀ ਵਧੀਆ ਹੋ ਜੂ। ਤੇ ਜਿਹੜੇ ਬੰਦੇ ਦਾ ਘਰ ਦਾ ਸਿਸਟਮ ਬਰਾਬਰ ਨਹੀਂ ਹੈਗਾ ਤੇ ਉਹਨੂੰ ਭਗਤੀ ਵੀ ਚੰਗੀ ਨਹੀਂ ਜੋ ਲੱਗਣੀ। ਜਿੱਥੇ ਮਰਜ਼ੀ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਤੁਹਾਨੂੰ ਉਹ ਜਿਹੜੀਆਂ ਥੋੜੀਆਂ ਐਡਜਸਟਮੈਂਟਾਂ ਹੈਗੀਆਂ ਨੇ ਨਿੱਜਰ ਸਾਹਿਬ ਤੁਹਾਨੂੰ ਕਰਨੀਆਂ ਪੈਣੀਆਂ। ਜਿੱਦਾਂ ਸਿਤਾਰ ਦੀਆਂ ਤਾਰਾਂ ਨਹੀਂ ਹੁੰਦੀਆਂ, ਇਸੇ ਤਰ੍ਹਾਂ ਤੁਹਾਡੇ ਘਰ ਦਾ ਇੱਕ ਹਾਰਮੋਨੀਅਮ ਆ, ਉਹਦੇ ਸੋਚ ਸੱਚ ਤੁਹਾਨੂੰ ਐਡਜਸਟ ਕਰਨੇ ਪੈਣੇ ਆ। ਬਿਲਕੁਲ। ਜੇ ਥੋੜੇ ਬਹੁਤੇ ਖਰਾਬ ਹੈਗੇ ਤੇ ਪਈ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਐਡਜਸਟ ਕਰ ਲਓ ਥੋੜਾ ਬਹੁਤਾ, ਜਿੰਨੀ ਕੁ ਲੋੜ ਹੈਗੀ ਹੈ। ਠੀਕ ਹੈ। ਤੇ ਸੋ ਇਸੇ ਚੀਜ਼ਾਂ ਅਗਲੇ ਬੰਨੇ ਚਲੀਏ। ਨਿੱਜਰ ਸਾਹਿਬ ਆਪ ਕੀ ਕਹਿ ਰਹੇ ਸੀ? ਆਪ ਕਹਿ ਰਹੇ ਕੁਛ? ਨਹੀਂ, ਬਸ ਮੈਂ ਤਾਂ ਕਹਿ ਰਿਹਾ ਸੀਗਾ ਬਈ ਇਹ ਤਾਰਾਂ ਤਾਂ ਮੇਰੀਆਂ ਵੀ ਵਿਗੜੀਆਂ ਹੋਈਆਂ, ਮੈਨੂੰ ਵੀ ਐਡਜਸਟ ਕਰਨੀਆਂ ਪੈਣੀਆਂ। ਮੈਂ ਤੁਹਾਨੂੰ ਕਹਿਤਾ ਵਾ ਤਾਰਾਂ ਤੇ ਐਡਜਸਟ ਕਰੋ, ਉਹਨੂੰ ਉੱਥੇ ਲੋੜ ਹੈ ਅਪਗ੍ਰੇਡ ਕਰਨੀ। ਜੇ ਗੱਡੀ ਖਰਾਬ ਹੋ ਜਾਂਦੀ ਆ, ਆਪਾਂ ਸਰਵਿਸ ਸਟੇਸ਼ਨ ਤੇ ਖੜਦੇ ਆ ਨਾ, ਉੱਥੇ ਜਾ ਕੇ ਉਹ ਕਹਿੰਦੇ ਭਾਈ ਕੀ ਨੁਕਸਿਆ, ਪਹਿਲਾਂ ਲਿਸਟ ਦੇ ਵਿੱਚ ਲਿਖ। ਹਾਂਜੀ, ਜਦੋਂ ਸਾਹਮਣੇ ਅਗਲੇ ਵਾਲਾ ਆਪਣੀ ਗਲਤੀ ਮੰਨ ਰਿਹਾ ਨਾ, ਪਲੀਜ਼ ਸਾਡੇ ਘਰ ਸ਼ਾਂਤੀ ਲਿਆਓ। ਦੇਖ ਮਾਤਾ ਗੱਲ ਤੇ ਬਿਲਕੁਲ ਸਹੀ ਆ। ਕਹਿੰਦਾ ਇੱਕ ਨੇ ਕਹੀ ਤੇ ਦੂਜੇ ਨੇ ਮੰਨੀ ਤੇ ਦੋਨੋਂ ਬ੍ਰਹਮ ਗਿਆਨੀ। ਮੇਰੀ ਗੱਲ ਸੁਣ, ਪਕਸ਼ਪਾਤ ਨਾ ਕਰ, ਸਹੀ ਮੇਰੇ ਨਾਲ ਗੱਲ ਕਰ। ਮੈਂ ਸੰਗਤ ਠੀਕ ਹੈ, ਬਿਲਕੁਲ ਬੇਟਾ ਤੇਰੇ ਨਾਲ। ਦੇਖੋ ਹਾਂ ਮੈਂ ਨਹੀਂ, ਇਹ ਬਹੁਤ ਵੱਡੀ ਕਮਜ਼ੋਰੀ ਆ, ਜਿੰਨਾ ਘਰ ਚ ਨਾ ਕੋਈ ਖੁਸ਼ੀ ਨਹੀਂ। ਖੁਸ਼ੀ ਦੇਖੋ, ਖੁਸ਼ੀ ਪਤਾ ਕੀ ਹੁੰਦਾ? ਖੁਸ਼ੀ ਦਾ ਕੋਈ, ਦੇਖੋ ਜ਼ਿੰਦਗੀ 'ਚ ਖੁਸ਼ੀ ਜਿਹੜੀ ਹੁੰਦੀ ਹੈ ਨਾ, ਦੇਖੋ ਖੁਸ਼ੀ ਤੁਸੀਂ ਖੁਦ ਕ੍ਰੀਏਟ ਕਰਨੀ ਹੁੰਦੀ ਹੈ। ਕਈ ਵਾਰੀ ਜੇਕਰ ਤੁਸੀਂ ਸੋਚੋ ਨਾ ਕਿ ਕਿਸੇ ਚੀਜ਼ ਨੂੰ ਬੰਨ ਕੇ ਤੁਸੀਂ ਰੱਖ ਨਹੀਂ ਸਕਦੇ। ਕਈ ਚੀਜ਼ਾਂ ਜਿਹੜੀਆਂ ਨਾ ਮੈਂ ਵੀ ਦੇਖੀਆਂ ਨੇ, ਭਾਵੇਂ ਤੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰਕੇ ਵੇਖ ਲਓ, ਜਿੰਨੇ ਜਾਣਾ ਉਹਨੇ ਚਲੇ ਜਾਣਾ ਵਾ। ਭਾਵੇਂ ਤੁਸੀਂ ਕੋਈ ਵੀ ਕਰੈਕਟਰ ਪਲੇ ਕਰ ਲਓ ਨਿੱਜਰ ਸਾਹਿਬ। ਤੇ ਕਈ ਵਾਰੀ ਜਿੱਥੇ ਹੁੰਦਾ ਵਾ ਤੁਸੀਂ ਇੰਪਰੂਵਮੈਂਟ ਕਰ ਸਕਦੇ ਜੋ। ਇਹ ਤੇ ਹਮੇਸ਼ਾ ਹੀ ਉੱਥੇ ਕੁਛ ਨਾ ਕੁਛ। ਤੇ ਦੇਖੋ ਸਾਡੇ ਕੋਲ ਨਾ 90% ਜਾਂ 95% ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਆ, ਜਿਹੜਾ ਅਸੀਂ ਆਲਰੇਡੀ ਪ੍ਰੋਗਰਾਮ ਕੀਤਾ ਹੈ, ਔਰ ਉਹਨੇ ਉਦਾਂ ਹੀ ਸਾਡਾ ਜੀਵਨ ਚਲਾਉਣਾ। ਜਿੱਦਾਂ ਤੁਹਾਡੀ ਗੱਡੀ ਚਲਾਉਣ ਦਾ ਸਟਾਈਲ ਹੈ ਨਾ, ਵੇਖੋ ਤੁਹਾਡਾ ਹਮੇਸ਼ਾ ਉਹੀ ਰਹੇਗਾ। ਇੱਥੋਂ ਤੱਕ ਤੁਸੀਂ ਆਪਣੇ ਸਿਗਨੇਚਰ ਵੀ ਨਹੀਂ ਬਦਲ ਸਕਦੇ।
ਨਹੀਂ ਬਦਲ ਸਕਦੇ ਤੁਸੀਂ, ਤੁਹਾਡੇ ਸਿਗਨੇਚਰ ਬਦਲ ਦਿਓ, ਪਰ ਨਹੀਂ, ਕਿੱਦਾਂ ਬਦਲ ਲੋਗੇ? ਹੁਣ ਇੱਥੇ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਾਡੇ ਕੋਲ 5% ਜਿਹੜਾ ਕੌਨਸ਼ੀਅਸ ਮਾਈਂਡ ਹੁੰਦਾ ਹੈ, ਅਸੀਂ ਜਦੋਂ ਚਾਹੀਏ ਰੱਬ ਨੇ ਸਾਨੂੰ ਦਿੱਤਾ ਹੈ ਕਿ ਚਰਨਜੀਤ ਤੇਰੇ 'ਚ ਕੋਈ ਗੜਬੜ ਹੈਗੀ ਆ ਤੇ ਤੂੰ ਰੀਪ੍ਰੋਗਰਾਮਿੰਗ ਕਰ ਸਕਦਾ। ਨਿੱਜਰ ਸਾਹਿਬ, ਆਪਾਂ ਐਡਜਸਟ ਕਰ ਸਕਦੇ ਹਾਂ ਨੂੰ, ਬਿਲਕੁਲ। ਪਰ ਉਹ ਸੌਫਟਵੇਅਰ ਦੀ ਇੱਕ ਪ੍ਰੋਬਲਮ ਆ, ਮੈਂ ਤੁਹਾਡਾ ਨਹੀਂ ਕਰ ਸਕਦਾ, ਤੁਸੀਂ ਮੇਰਾ ਨਹੀਂ ਚੇਂਜ ਕਰ ਸਕਦੇ। ਹਾਂ, ਉਹਦੇ ਲਈ ਸਾਨੂੰ ਖੁਦ ਹੀ ਕੋਸ਼ਿਸ਼ ਕਰਨੀ ਪੈਣੀ ਹੈ, ਕਿਉਂਕਿ ਉਹ ਸੁਭਾਅ ਬਣ ਗਿਆ ਮੇਰਾ। ਔਰ ਜਦੋਂ ਸੁਭਾਅ ਬਣ ਗਿਆ, ਤੁਹਾਨੂੰ ਪਤਾ ਹੈ ਵਾਰਿਸ਼ਾਨੀ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੂਰੀਆਂ, ਉੱਥੇ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਦਾ ਮਤਲਬ ਇਹ ਆ, ਹੁਣ ਮੈਂ ਉਦਣ ਆ ਰਿਹਾ ਸੀ, ਪਤਾ ਨਹੀਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ, ਰਸਤੇ ਦੇ ਵਿੱਚ ਕੋਈ ਚੀਜ਼ ਬਣਦੀ ਹੈ ਤੇ ਉਹਨੂੰ ਕਹਿੰਦੇ ਕੰਸਟਰਕਸ਼ਨ, ਉਹਦੇ ਨਾਲ ਬੜੀ ਪ੍ਰੋਬਲਮ ਹੁੰਦੀ ਹੈ। ਇੱਥੇ ਸਾਡੇ ਲਾਗੇ ਇੱਕ ਪੁਲ ਬਣਿਆ, ਘੱਟੋ ਘੱਟ 4 ਸਾਲ ਲੱਗੇ ਉਹਨੂੰ ਬਣਾਉਣ ਤੇ। ਹੁਣ 4 ਸਾਲ ਬਾਅਦ ਜਦੋਂ ਨਿੱਜਰ ਸਾਹਿਬ ਬਣ ਗਿਆ, ਬੜੇ ਲੋਕ ਗਾਲਾਂ ਕੱਢਣ, ਇਹ ਸਰਕਾਰ ਗੰਦੀ, ਇਹ ਫਲਾਨਾ, ਇਹ ਟਿਮਕਾ, ਪਤਾ ਨਹੀਂ ਕੀ ਕੀਤਾ, ਐਵੇਂ ਪੁਲ ਬਣਾਤਾ। ਅੱਜ ਉਸ ਪੁਲ ਦਾ ਇੰਨਾ ਸੁੱਖ ਹੈ ਨਾ, ਮਿੰਟਾਂ 'ਚ ਜਿੱਥੇ ਮਰਜ਼ੀ ਚੱਲ, ਮਿੰਟਾਂ ਦੇ ਵਿੱਚ ਕੋਈ ਬਲੌਕੇਜ ਨਹੀਂ ਤੇ ਟ੍ਰੇਨ ਆਉਂਦੀ ਸੀ, ਰਸਤਾ ਬਲੌਕ ਤੇ 500 1000 ਗੱਡੀ ਇਕੱਠੀ ਹੋ ਜਾਂਦੀ, ਸਾਰਾ ਦਿਨ ਹੀ ਉੱਥੇ ਰੌਲਾ। ਹੁਣ ਉੱਥੇ ਟ੍ਰੈਫਿਕ ਹੈਗੀ ਨਹੀਂ। ਇਸੇ ਹੀ ਤਰ੍ਹਾਂ ਜਦੋਂ ਤੁਸੀਂ ਆਪਣੇ ਅੰਦਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਜੋ, ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਜੋ, ਜਿਹੜੀਆਂ ਚੀਜ਼ਾਂ ਨਹੀਂ ਸਹੀ ਉੱਥੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਜੋ, ਪਰ ਨਿੱਜਰ ਸਾਹਿਬ ਉਹ ਪੁਲ ਬਣਨ ਵਾਲਾ ਸਿਸਟਮ ਹੈ। ਫਿਰ ਇੱਕ ਸਮਾਂ ਆਊਗਾ ਜਦੋਂ ਤੁਸੀਂ ਉਹ ਚੀਜ਼ ਪੂਰੀ ਕਰਤੀ, ਫਿਰ ਅੱਗੇ ਸੌਖੀ ਸੌਗੇ। ਪਰ ਇਹ ਕਿ ਜਦੋਂ ਪੁਲ ਬਣਾਈਦਾ ਹੈ ਜਾਂ ਕੋਈ ਨਵੀਂ ਕੰਸਟਰਕਸ਼ਨ ਕਰੀਦੀ ਹੈ, ਉਦੋਂ ਜ਼ੋਰ ਤੇ ਲੱਗਦਾ ਹੀ ਹੈ ਨਾ। ਠੀਕ ਹੈ ਜੀ, ਅੱਗੇ ਚਲੋ ਨਿੱਜਰ ਸਾਹਿਬ, ਪੌੜੀ ਤੇ ਆ ਜਾਓ। ਹਾਂਜੀ, ਪੌੜੀ ਜਿਹੜੀ ਹੈਗੀ ਆ, ਇਹਦੇ ਵਾਸਤੇ ਜਿਹੜੇ ਹੈਗੇ ਆ ਦੋਨੋਂ ਸ਼ਲੋਕ ਲਗਾਏ ਸੀ ਮਹਾਰਾਜ ਨੇ। ਪਹਿਲਾ ਸ਼ਲੋਕ ਕਹਿੰਦਾ ਸੀਗਾ ਵੀ ਪੂਰੇ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਦੁੱਖਾਂ ਦਾ ਨਾਸ ਹੁੰਦਾ ਹੈ, ਔਰ ਜਿਹੜਾ ਹੈ ਉਹ ਨਾਮ ਆਰਾਧਨਾ ਪੈਂਦਾ ਹੈ ਤੇ ਕਾਰਜ ਰਾਸ ਹੋ ਜਾਂਦੇ ਆ। ਦੂਜਾ ਸ਼ਲੋਕ ਕਹਿੰਦਾ ਸੀਗਾ ਬਈ ਜਿਹਦੇ ਸਿਮਰਨ ਕਰਨ ਦੇ ਨਾਲ ਜਿਹੜਾ ਸੰਕਟ ਛੁੱਟ ਜਾਂਦੇ ਆ, ਆਨੰਦ ਮੰਗਲ ਹੋ ਜਾਂਦਾ ਹੈ ਔਰ ਵਿਸ਼ਰਾਮ ਹੋ ਜਾਂਦਾ ਹੈ। ਵਿਸ਼ਰਾਮ ਦੇ ਵਿੱਚ ਜਿਹੜਾ ਹੈਗਾ ਜੀਵਨ ਜਿਹੜਾ ਸਹਿਜ ਦੇ ਵਿੱਚ ਆ ਜਾਂਦਾ ਹੈ। ਔਰ ਨਾਨਕ ਜਪੀਏ ਸਦਾ ਹਰ ਨਿਮਕ ਨਾ ਬਿਸਰੋ ਨਾਮ। ਔਰ ਹਮੇਸ਼ਾ ਹੀ ਜਿਹੜਾ ਹੈਗਾ ਇਹ ਕੰਮ ਕਰਨਾ ਚਾਹੀਦਾ ਹੈ। ਨਿਮਕ ਵਾਸਤੇ ਵੀ ਉਹ ਮਾਲਕ ਪਰਮਾਤਮਾ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ। ਹੁਣ ਜਿਹੜੀ ਹੈਗੀ ਪੌੜੀ ਜਿਹੜੀ ਹੈਗੀ ਉਹ ਆਪਾਂ ਲਈਏ। ਤਿਨ ਕੀ ਸੋਭਾ ਤਿਨਹਿ ਕੀ ਸੋਭਾ ਕਿਆ ਗਣੀ ਜਿਨੀ ਹਰ ਹਰ ਲੱਦਾ। ਕਹਿੰਦੇ ਉਹਨਾਂ ਦੀ ਸੋਭਾ ਕੀ ਕਹਿ ਸਕਦੇ ਆ, ਕਿਸ ਤਰ੍ਹਾਂ ਮੈਂ ਜਿਹੜਾ ਹੈਗਾ ਉਹਨਾਂ ਦੀ ਸੋਭਾ ਗਿਣਤੀ ਮਿਣਤੀ ਚ ਲਿਆ ਸਕਦਾ ਹਾਂ, ਜਿਨ੍ਹਾਂ ਨੇ ਜਿਹੜਾ ਹੈਗਾ ਇਹ ਕਾਰਵਾਈ ਕਰਕੇ ਆਪਣੇ ਮਨ ਨੂੰ ਖੜਾ ਕਰਕੇ, ਜਿਨ੍ਹਾਂ ਨੇ ਜਿਹੜਾ ਹੈਗਾ ਇਹ ਸਿਮਰਨ ਕਰਕੇ ਜਿਹੜਾ ਹੈਗਾ ਪੂਰੇ ਗੁਰੂ ਦੇ ਅਨੁਸਾਰ ਚੱਲ ਕੇ ਉਹ ਮਾਲਕ ਪਰਮਾਤਮਾ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ, ਲੱਭ ਲਿਆ। ਆਪ ਹੀ ਗਵਾਚੇ ਹੋਏ ਸੀ, ਤਨ ਵਾਂਡੀ ਫਿਰ ਦੇਸ ਨਿਵਾਸੀ ਜਿਹੜੇ ਹੈਗੇ ਉਹ ਆਪਣੇ ਘਰ ਦੇ ਵਿੱਚ ਆ ਗਈ ਤੇ ਮਾਲਕ ਪਰਮਾਤਮਾ ਦੇ ਨਾਲ ਸਾਥ ਹੋ ਗਿਆ ਉਹਦਾ। ਉਹਨਾਂ ਦੀ ਸੋਭਾ ਕਹਿੰਦੇ ਮੈਂ ਕੀ ਦੱਸ ਸਕਦਾ ਆ। ਉਹ ਕਿਵੇਂ ਜਿਹੜੇ ਹੈਗੇ, ਇਹ ਮਾਇਆ ਜਿਹੜੀ ਹੈਗੀ ਇੰਨੀ ਜ਼ਬਰਦਸਤ ਜਿਹਨੇ ਬੰਨ ਕੇ ਰੱਖਿਆ ਹੋਇਆ ਸੀਗਾ ਇਹ ਇੰਦਰੀਆਂ ਦੇ ਵਿੱਚ, ਸਵਾਦਾਂ ਦੇ ਵਿੱਚ, ਉਹ ਕਿਵੇਂ ਛੁੱਟ ਗਈ। ਸਾਧਾ ਸਰਣੀ ਜੋ ਪਵੈ ਸੋ ਛੁੱਟੇ ਬੱਧਾ। ਕਹਿੰਦੇ ਉਹ ਗੁਰੂ ਦੀ ਸ਼ਰਣੀ ਪਏ ਬਈ, ਸਾਧ ਸੰਗਤ ਕੀਤੀ, ਗੁਰੂ ਦੀ ਸੰਗਤ ਕੀਤੀ, ਉਹਦੇ ਨਾਲ ਛੁੱਟੇ ਹੋਏ ਬੰਨੇ ਗਏ। ਉਹਨਾਂ ਨੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਉਹ ਸੇਵਾ ਕੀਤੀ। ਕੀ ਕੀਤਾ? ਗੁਣ ਗਾਵੇ ਅਬਨਾਸੀਏ ਜੋਨ ਗਰਭ ਨਾ ਦੱਦਾ। ਕਹਿੰਦੇ ਉਸਨੇ ਉਸ ਮਾਲਕ ਪਰਮਾਤਮਾ ਦੇ ਗੁਣ ਗਾਏ, ਉਸ ਅਬਨਾਸੀ ਦੇ ਗੁਣ ਗਾਏ ਤੇ ਉਹ ਵੀ ਅਬਨਾਸੀ ਹੋ ਗਏ। ਫਿਰ ਜਿਹੜਾ ਹੈਗਾ ਜੂਨਾਂ ਦੇ ਵਿੱਚ, ਗਰਭ ਜੂਨਾਂ ਦੇ ਵਿੱਚ ਜਿਹੜੇ ਹੈਗੇ ਨਹੀਂ ਸੜਦੇ। ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਦਾ। ਕਹਿੰਦੇ ਕਿ ਹੋਰ ਕਲੈਰੀਫਾਈ ਕਰ ਰਹੇ ਮਹਾਰਾਜ ਬਈ ਕੀ ਹੋਇਆ। ਕਹਿੰਦੇ ਗੁਰੂ ਮਿਲ ਗਿਆ ਉਹਨਾਂ ਨੂੰ, ਗਾਈਡ ਮਿਲ ਗਏ ਉਹਨਾਂ ਨੂੰ, ਬ੍ਰਹਮ ਗਿਆਨੀ ਮਿਲ ਗਏ। ਪਾਰ ਬ੍ਰਹਮ, ਗੁਰ ਭੇਟਿਆ ਪਾਰ ਬ੍ਰਹਮ, ਪਰਮੇਸ਼ਰ ਦਾ ਰੂਪ। ਕੀ ਕੀਤਾ? ਹਰ ਪੜ ਬੁੱਝ ਸਮਝਦਾ। ਉਹਨਾਂ ਨੇ ਪਰਮੇਸ਼ਰ ਨੂੰ ਪੜਿਆ, ਪਰਮੇਸ਼ਰ ਦੇ ਬਾਰੇ ਗਿਆਨ ਦਿੱਤਾ, ਬੁੱਝਿਆ, ਉਹਨੂੰ ਪ੍ਰੈਕਟੀਕਲ ਕੀਤਾ। ਕੀ ਪ੍ਰੈਕਟੀਕਲ ਕੀਤਾ? ਸਮਝਦਾ ਕੀ ਹੈਗਾ? ਸਮਝਦਾ ਮਤਲਬ ਸਮਾਧੀ ਦੇ ਵਿੱਚ ਗਏ, ਆਪਣੇ ਵਿਚਾਰ ਬੰਦ ਕੀਤੇ, ਆ ਪੜ ਕੇ ਆ ਕਾਰਵਾਈ ਕੀਤੀ,
ਸਹਿਜ ਸਮਾਧੀ। ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਧਾ। ਫਿਰ ਕੀ ਹੋਇਆ? ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ। ਟਾਰਗੇਟ ਪੂਰਾ ਹੋ ਗਿਆ। ਉਹ ਮਾਲਕ ਪਰਮਾਤਮਾ, ਉਹ ਧਣੀ ਪਤੀ ਮਿਲ ਗਿਆ ਭਾਈ। ਉਹ ਅਗਮ ਜਿਹੜਾ ਨਹੀਂ ਗਮਿਆ ਜਾਂਦਾ ਸੀ, ਜਿਹੜਾ ਅਗਾਧ ਬੋਧ ਸੀਗਾ, ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਹਾਂਜੀ ਵੀਰ ਜੀ। ਠੀਕ ਹੈ ਜੀ। ਪਹਿਲੀ ਤੁਕ ਚੋਂ ਕਹਿ ਰਹੇ ਤਿਨ ਕੀ ਸੋਭਾ ਕਿਆ ਗਣੀ ਜਿਨ ਹਰ ਹਰ ਲੱਤਾ। ਹਾਂ, ਜਿਨ੍ਹਾਂ ਨੇ ਮਾਲਕ ਪਰਮਾਤਮਾ ਨੂੰ ਲੱਭ ਲਿਆ, ਜਿਨ੍ਹਾਂ ਨੇ ਉਹਦੇ ਨਾਮ ਨੂੰ ਪ੍ਰਗਟ ਕਰ ਲਿਆ। ਹਾਂਜੀ ਵੀਰ ਜੀ। ਉਹ ਕਹਿੰਦੇ ਉਹਨਾਂ ਦੀ ਸੋਭਾ ਦਾ ਮਤਲਬ ਉਹਨਾਂ ਦੀ ਵਡਿਆਈ ਕੀ ਕੀਤੀ ਜਾਵੇ, ਕਿਉਂਕਿ ਉਹਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਕਰ ਲਿਆ। ਕਿਉਂਕਿ ਜਿੱਦਾਂ ਪਰਮਾਤਮਾ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਇਹਨਾਂ ਮਨੁੱਖਾਂ ਦੀ ਵੀ ਵਡਿਆਈ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਨਾਂ ਨੇ ਉਹਨੂੰ ਲੱਭ ਲਿਆ ਜਿਹਦਾ ਰੂਪ ਨਹੀਂ, ਰੰਗ ਨਹੀਂ ਤੇ ਰੇਖ ਨਹੀਂ, ਜਿਨ੍ਹਾਂ ਨੇ ਜੀਂਦੇ ਜੀ ਆਪਣੇ ਆਪ ਨੂੰ ਮੁਕਤ ਕਰ ਲਿਆ ਔਰ ਭਵ ਸਾਗਰ ਤੋਂ ਪਾਰ ਲੰਘੇ। ਨਿਜਰ ਸਾਹਿਬ ਉਹ ਤੇ ਉਹਦੀ ਕੀ ਉਸਤਤ ਕਰਨੀ, ਉਹ ਤੇ ਉਸਤਤ ਤੋਂ ਵੀ ਅੱਗੇ ਲੰਘ ਗਿਆ ਨਾ। ਬਿਲਕੁਲ ਬ੍ਰਹਮਲੀਨ ਹੋ ਗਿਆ ਉਹ। ਹੈ ਹਾਂ। ਅਗਲੇ ਬੰਦੇ ਕਹਿੰਦੇ ਆ ਕਿ ਸਾਦਾ ਸਰਣੀ ਪਵੇ ਸੋਚ ਛੂਟੇ ਬੱਦਾ। ਹਾਂ, ਕੀ ਕੀਤਾ ਉਹਨਾਂ ਨੇ? ਕਹਿੰਦੇ ਪਹਿਲਾਂ, ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਹੈਗਾ, ਜਿਹੜੇ ਛੁੱਟੇ ਹੋਏ ਆ, ਜਿਹੜੇ ਸਾਧ ਆ, ਜਿਨ੍ਹਾਂ ਨੇ ਸਾਧਨਾ ਕਰ ਲਿਆ ਮਨ ਨੂੰ ਆਪਣੇ ਨੂੰ, ਉਹਨਾਂ ਦੀ ਸ਼ਰਨ ਚ ਗਏ, ਉਹਨਾਂ ਤੋਂ ਗਿਆਨ ਲਿਆ, ਤਾਂ ਛੁੱਟੇ ਹੋਏ ਬੰਨੇ ਗਏ, ਛੁੱਟੇ ਹੋਏ ਬੰਨੇ ਹੋਏ ਛੁੱਟ ਗਏ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਫਿਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕਿਹਾ ਕਿ ਉਹ ਉਹਨਾਂ ਮਨੁੱਖਾਂ ਦੀ ਸੰਗਤ ਕੀਤੀ, ਫਿਰ ਉਤੋਂ ਗਿਆਨ ਪ੍ਰਾਪਤ ਕੀਤਾ। ਕਿੰਨਾਂ ਕੋਲੋਂ? ਜਿਨ੍ਹਾਂ ਨੇ ਇਸ ਸਫ਼ਰ ਨੂੰ ਪੂਰਾ ਕਰ ਲਿਆ। ਜਦੋਂ ਆਪਾਂ ਨੂੰ ਗੁਰੂਆਂ ਦੀ ਬਾਣੀ ਪੜ੍ਹਦੇ ਹਾਂ, ਭਗਤਾਂ ਦੀ ਬਾਣੀ ਪੜ੍ਹਦੇ ਹਾਂ, ਇਹ ਸਭ ਉਹ ਬ੍ਰਹਮ ਗਿਆਨੀ ਨੇ ਜਿਨ੍ਹਾਂ ਨੇ ਆਪਣਾ ਸਫ਼ਰ ਪੂਰਾ ਕਰ ਲਿਆ। ਔਰ ਸਾਡੇ ਲਈ ਉਹ ਨਕਸ਼ੇ ਬਣਾ ਕੇ ਗਏ ਨੇ, ਇੱਕ ਇੱਕ ਚੀਜ਼ ਸਮਝਾ ਕੇ ਗਏ ਨੇ। ਹੁਣ ਜਦ ਬਾਣੀ ਕਹਿੰਦੀ ਹੈ ਕਿ ਜਦੋਂ ਤੂੰ ਇਹ ਗੱਲਾਂ ਦੇ ਅਸਰ ਕਰੇਗਾ, ਇਹਨੂੰ ਕਿਹਾ ਭਗਤੀ ਕਰਨਾ ਹੈ ਤੇ ਤੂੰ ਭਗਤੀ ਕਰਨੀ ਸ਼ੁਰੂ ਕਰ ਦੇ। ਇਹਨੂੰ ਕਿਹਾ ਕਿ ਨਿਰਵਿਚਾਰ ਹੋਣਾ, ਤੂੰ ਨਿਰਵਿਚਾਰ ਹੋਣ ਦੀ ਭਗਤੀ ਕਰ। ਨਹੀਂ ਪਤਾ ਤੇ ਏਦਾਂ ਦੇ ਲੋਕ ਲੱਭ ਜਿਨ੍ਹਾਂ ਨੂੰ ਇਹ ਗਿਆਨ ਹੈਗਾ, ਜਿਹੜੇ ਤੈਨੂੰ ਇਸ ਤਰ੍ਹਾਂ ਦੀ ਗਾਈਡੈਂਸ ਕਰ ਸਕਦੇ ਆ, ਤੇਰੀ ਸਹਾਇਤਾ ਕਰ ਦੇਣਗੇ। ਫਿਰ ਉਸ ਤੋਂ ਬਾਅਦ ਫਿਰ ਕੀ ਹੋਊਗਾ ਕਿ ਫਿਰ ਤੂੰ ਆਪਣੇ ਆਪ ਹੀ ਛੁੱਟ ਜਾਏਗਾ। ਕਿਉਂ ਛੁੱਟ ਜਾਏਗਾ? ਕਿਉਂਕਿ ਤੇਰੇ ਅੰਦਰ ਜਿਹੜੇ ਚੰਗੇ ਗੁਣ ਪੈਦਾ ਹੋ ਜਾਣ, ਤੇਰੇ ਅੰਦਰ ਪਰਮਾਤਮਾ ਦੇ ਨਾਲ ਪਿਆਰ ਬਣ ਜਾਏਗਾ। ਤੇ ਫਿਰ ਜਦੋਂ ਤੇਰਾ ਪਰਮਾਤਮਾ ਦੇ ਨਾਲ ਸੰਪਰਕ ਬਣ ਗਿਆ ਤੇ ਫਿਰ ਤੇਰੀ ਉਸਤਤ ਕਰਨੀ ਬੜੀ ਔਖੀ ਹੈ। ਤੂੰ ਬਹੁਤ ਵੱਡਾ ਕੰਮ ਤੂੰ ਜ਼ਿੰਦਗੀ 'ਚ ਕਰ ਲਿਆ। ਪਰ ਪਰਮਾਤਮਾ ਦੇ ਨਾਲ ਕਨੈਕਸ਼ਨ ਜੁੜਨ ਦਾ ਕੀ ਮਤਲਬ ਹੈ? ਤੁਸੀਂ ਸੱਚ ਨਾਲ ਜੁੜ ਜਾਓ। ਬਿਲਕੁਲ। ਹਾਂ ਬਿਲਕੁਲ। ਕਿਤੇ ਪਰਮਾਤਮਾ ਨੂੰ ਲੱਭਣਾ ਚੱਲ ਜਿਓ। ਤੁਸੀਂ ਸੱਚ ਨਾਲ ਜੁੜ ਗਏ ਤੇ ਉਹੀ ਪਰਮਾਤਮਾ ਹੈ। ਨਿਜਰ ਸਾਹਿਬ ਬਿਲਕੁਲ। ਤਾਂ ਹੀ ਫਿਰ ਅੱਗੇ ਦੇਖ ਲਓ, ਗੁਣ ਗਾਵੇ ਅਬਨਾਸੀ ਹੈ ਜੋਨ ਗਰਭ ਨਾ ਦੱਦਾ। ਜੇ ਸੱਚ ਹੋ ਗਿਆ ਤੇ ਫਿਰ ਉਹਨੂੰ ਜੂਨਾਂ ਦੇ ਵਿੱਚ ਪਾਉਣ ਦੀ ਲੋੜ ਹੈ ਕਿ ਕੋਈ ਤਪਾਉਣ ਦੀ ਲੋੜ ਹੈ ਉਹਨੂੰ? ਨਿੱਜਾ ਸਾਹਿਬ ਉਹ ਤੇ 24 ਕੈਰਟ ਦਾ ਸੋਨਾ ਬਣ ਗਿਆ ਵਾ। ਹਾਂ, 24 ਕੈਰਟ ਸੋਨੇ ਦੀ ਕੀਮਤ ਹੈ। ਕਿੱਥੇ ਮਰਜ਼ੀ ਲੈ ਜਾਓ, ਭਾਵੇਂ ਇੰਡੀਆ ਲੈ ਜਾਓ, ਜਾਪਾਨ ਲੈ ਜਾਓ, ਤੁਹਾਡੇ ਜਾਂ ਕੈਨੇਡਾ 'ਚ ਲੈ ਆਈਏ, ਉਹਦੀ ਵੈਲਿਊ ਹੈਗੀ ਆ। ਜਦੋਂ ਵੈਲਿਊ ਹੈਗੀ ਆ ਤੇ ਉਹਦੀ ਕੀਮਤ ਹੈ, ਉਹਦੀ ਕੀਮਤ ਪੈ ਜਾਣੀ। ਕੀਮਤ ਇਹੋ ਹੀ ਆ, ਸੱਚ ਦੀ ਕੀਮਤ ਇਹੋ ਹੀ ਆ। ਸੱਚ ਹੋ ਜਾਓ ਬਿਲਕੁਲ। ਤੇ ਫਿਰ ਅਗਲੇ ਬੰਨੇ ਕੀ ਹੋਊਗਾ? ਆਵੇ ਅਬਿਨਾਸੀ ਗੁਣ ਗਾਵੇ ਅਬਨਾਸੀਏ ਜੋਨ ਗਰਭ ਨਾ ਦੱਦਾ। ਇਹ ਤਾਂ ਹੋ ਗਿਆ ਗੁਰੂ ਸਾਹਿਬ। ਇਸ ਤੋਂ ਬਾਅਦ ਜਿਹੜਾ ਹੈ, ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁੱਝ ਸਮੱਧਾ। ਕਹਿੰਦੇ ਸਾਰਾ ਕੁਝ ਕਿਸ ਤਰ੍ਹਾਂ ਹੋਇਆ? ਕਹਿੰਦੇ ਉਹ ਗੁਰੂ ਦੇ ਭੇਟਣ ਦੇ ਨਾਲ ਹੋ ਗਿਆ। ਬਾਈ ਪਰਮੇਸ਼ਰ ਦਾ ਰੂਪ ਆ ਉਹ ਸਰੀਰ ਦੇ ਵਿੱਚ, ਜਾਂ ਉਹ ਮਤਲਬ ਜਿਹੜਾ ਹੈਗਾ ਹੈ, ਉਹਨੇ ਵੀ ਜਿਹੜਾ ਹੈਗਾ ਇਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਯਾਤਰਾ ਕਰਕੇ ਇਹ ਪ੍ਰਕਿਰਤੀ ਨੂੰ ਜਿੱਤਿਆ ਹੈਗਾ। ਉਹ ਪਰਮੇਸ਼ਰ ਦਾ ਰੂਪ ਹੈਗਾ ਤੇ ਉਹਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਨੂੰ ਪੜ੍ਹਿਆ, ਹਰ ਪੜ੍ਹ ਪਰਮੇਸ਼ਰ ਦੇ ਬਾਰੇ ਜਾਣਕਾਰੀ ਲਈ ਔਰ ਬੁੱਝਿਆ ਮਤਲਬ ਪ੍ਰੈਕਟੀਕਲ ਕੀਤਾ ਕਿ ਸਮੱਧਾ ਸਮਾਧੀ ਦੇ ਵਿੱਚ ਗਿਆ। ਸਮੱਧਾ ਮਤਲਬ ਸਮਾਧੀ। ਹਾਂਜੀ ਵੀਰ ਜੀ। ਹੁਣ ਦੇਖੋ ਜੇ ਤਿੰਨ ਗੱਲਾਂ ਕੀਤੀਆਂ। ਪਹਿਲਾਂ ਕਹਿੰਦੇ ਕਿ ਉਹਨਾਂ ਮਨੁੱਖਾਂ ਦੀ ਸੰਗਤ ਕੀਤੀ। ਹਾਂ। ਫਿਰ ਪ੍ਰਮਾਤਮਾ ਦੇ ਬਾਰੇ ਉਹਨਾਂ ਕੋ ਪੜ੍ਹਿਆ ਤੇ ਸੁਣਿਆ, ਬੁੱਝਿਆ। ਫਿਰ ਉਹ ਪੜ੍ਹਿਆ ਸੁਣਿਆ, ਫਿਰ ਉਹਨਾਂ ਨੇ ਕਿਹਾ ਬੁਝਾਰਤ ਹੈ, ਇਹਨੂੰ ਬੁੱਝਣਾ ਪੈਣਾ। ਹਾਂ। ਫਿਰ ਉਹਨੂੰ ਬੁੱਝਣ ਦਾ ਉਹਨਾਂ ਦੱਸਿਆ ਕਿ ਇਹ ਜਿਹੜਾ ਤੂੰ ਕਰਦਾ ਪਿਆ ਨਾ, ਇਹਦੀ ਲੋੜ ਨਹੀਂ ਹੈਗੀ, ਤੈਨੂੰ ਕੁਝ ਹੋਰ ਕਰਨ ਦੀ ਲੋੜ ਹੈ। ਹਾਂ। ਫਿਰ ਕੀ ਹੋਇਆ? ਫਿਰ ਬੁੱਝਿਆ ਕਿੱਥੇ? ਸਮਾਧੀ ਦੇ ਵਿੱਚ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ,
ਰਾਮ ਨਾ ਪਾਇਆ ਆਰਾਮ ਨਾਲ ਜਾਏ। ਪਾਇਆ ਜਾਏ ਕਿ ਜਿਹੜੇ ਤਰੀਕੇ ਨਾਲ ਤੂੰ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਨਾਲ ਗੱਲ ਨਹੀਂ ਬਣੇਗੀ। ਤੈਨੂੰ ਸਮਾਧੀ 'ਚ ਜਾਣਾ ਪਊਗਾ। ਜੇ ਬਿਲਕੁਲ। ਤੂੰ ਸਮਾਧੀ 'ਚ ਜਾਏਗਾ ਫਿਰ ਤੂੰ ਆਪੇ ਬੁੱਝ ਲੈਣਾ। ਇਹਨੂੰ ਕਿਹਨੂੰ ਬੁੱਝ ਲੈਣਾ? ਬੁਝਾਰਤ ਨੂੰ। ਜਿੰਨਾ ਚਿਰ ਤੂੰ ਨਹੀਂ ਬੁੱਝੇਗਾ ਤੇ ਉਹਨਾਂ ਚਿਰ ਗੜਬੜੇ। ਅਗਲੇ ਬੰਨੇ ਤੁਕ ਨੇ ਇਸ ਗੱਲ ਦੀ ਤਸਦੀਕ ਕਰ ਦੇਣੀ। ਅਗਲੇ ਬੰਨੇ ਬੋਲੇ ਨੇ ਜਸਾ ਅਗਲੇ ਬੰਨੇ ਬੁੱਝ ਲੈ ਰੱਬ ਨੂੰ, ਫਿਰ ਕੀ ਹੋਊਗਾ? ਪ੍ਰਾਪਤੀ ਹੋ ਗਈ। ਬਸ ਨਾਨਕ ਪਾਇਆ ਸੋ ਧਣੀ, ਉਹ ਧਣੀ ਮਿਲ ਗਿਆ। ਹਰ ਅਗਮ ਅਗਤ ਦਾ ਜਿਹੜਾ ਅਗਮ ਆ, ਅਗਾਧ ਬੋਧ ਆ, ਜਿਹੜੇ ਸਾਰਾ ਸੰਸਾਰ ਦੇ ਵਿੱਚ ਹੈਗਾ, ਐਡਾ ਵੱਡਾ ਹੈ, ਇੰਨੀ ਵੱਡੀ ਉਹਦੀ ਰਚਨਾ ਹੈਗੀ ਆ, ਉਹ ਕਿਵੇਂ ਸਮੇਟ ਕੇ ਆ ਗਿਆ ਹਿਰਦੇ ਦੇ ਵਿੱਚ। ਇਹ ਤਾਂ ਗੋਰਖੀ ਸਾਹਿਬ ਬੜਾ ਹੈਰਾਨੀ ਵਾਲੀ ਗੱਲ ਹੈ। ਹਾਂ, ਉਹ ਕਬੀਰ ਸਾਹਿਬ ਕਹਿੰਦੇ ਨਾ ਕਿ ਬੂੰਦ 'ਚ ਸਾਗਰ ਆ ਗਿਆ ਜਾਂ ਸਾਗਰ 'ਚ ਬੂੰਦ ਚਲ ਗਈ। ਹਾਂ, ਇਹ ਤੇ ਮੁੜ ਕੇ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਫਿਰ ਉਹ ਗੁਰੂ ਨਾਨਕ ਵੀਰ ਜੀ, ਗੁਰੂ ਨਾਨਕ ਸਾਹਿਬ ਦਾ ਵੀ ਸ਼ਬਦ ਹੈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁਝੇ ਵਿਦ ਜਾਣ। ਦੱਸੋ, ਕਮਾਲ ਦੀ ਗੱਲ ਹੈ। ਫਿਰ ਪਤਾ ਬਿਲਕੁਲ। ਹਾਂ, ਫਿਰ ਜਦੋਂ ਬੁੱਝ ਜਾਈਦਾ ਫਿਰ ਬੰਦਾ ਇਹ ਸੋਚਦਾ ਕਿ ਜੋ ਮੈਂ ਕੀਤਾ ਹੈ ਨਾ, ਇਹ ਉਹ ਪ੍ਰਮਾਤਮਾ ਦੀ ਕੀਮਤ ਨਹੀਂ ਹੈ। ਜੋ ਮੈਂ ਕੀਤਾ ਬਹੁਤ ਥੋੜਾ ਹੈ ਔਰ ਮਿਲਿਆ ਕਿੰਨਾ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਠੀਕ ਹੈ, ਇਹ ਜੇ ਹੈ ਨਾ ਅੱਜ ਦੀ ਵਿਚਾਰਨੀ ਜੈਸਾ। ਹਾਂਜੀ ਵੀਰ ਜੀ, ਇੱਕ ਨਾ ਅਰਦਾਸ ਹੈਗੀ, ਮੇਰੇ ਪਿਆਰੇ ਮਿੱਤਰ ਹੈਗੇ, ਉਹਨਾਂ ਦਾ ਜਿਹੜਾ ਹੈਗੀ ਬੇਟੀ ਜਿਹੜੀ ਹੈਗੀ ਉਹ ਹਸਪੀਟਲ 'ਚ ਹੈਗੀ, ਕੋਈ ਕਾਫੀ ਸੀਰੀਅਸ ਪ੍ਰੋਬਲਮ ਆ ਗਈ ਹੈ, ਵਿਆਹੀ ਹੋਈ ਹੈ ਬੱਚੀ, ਤੇ ਉਹਦੇ ਲਈ ਅਰਦਾਸ ਕਰ ਦੇਣਾ ਜੀ। ਉਹ ਮੇਰੀ ਬੇਟੀ ਸਮਝ ਲਓ। ਹਾਂਜੀ ਵੀਰ ਜੀ, ਕੋਈ ਗੱਲ ਨਹੀਂ। ਇੱਕ ਅਰਦਾਸ ਵੀ ਮੇਰੇ ਸਵੇਰੇ ਬੇਟੇ ਦੀ ਪਿੱਛੇ ਕੀਤੀ ਸੀਗੀ। ਉਹ ਕੱਲ ਆਪਰੇਸ਼ਨ ਹੋਇਆ ਜੀ ਉਹਦਾ, ਕਿਡਨੀ ਦਾ ਤੇ ਲਿਵਰ ਦਾ ਨਾ, ਤੇ ਉਹ ਤੰਦਰੁਸਤ ਹੋ ਜਾਏ ਜਿਹੜਾ, ਉਹਦੇ ਬਾਰੇ ਅਰਦਾਸ ਬਿਲਕੁਲ ਕਰ ਦਿੰਦਾ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਵਿੱਚ ਕਿਸਮ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਨੂੰ ਆਪਣੇ ਦਰ ਤੇ ਪ੍ਰਵਾਨ ਕਰਨਾ ਮੇਰੇ ਮਾਲਿਕ। ਦੇ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਸਮੱਤ ਬਖਸ਼ਣੀ ਮੇਰੇ ਮਾਲਿਕ, ਤਾਂ ਜੋ ਇਸ ਭਵਸਾਗਰ ਤੋਂ ਅਸੀਂ ਸਫਲਤਾ ਦੇ ਨਾਲ ਪਾਰ ਲੰਘ ਜਾਈਏ ਮੇਰੇ ਮਾਲਿਕ। ਇੱਕ ਮੇਰੇ ਪਿਤਾ ਅਰਦਾਸ ਆਈ ਹੈ। ਇੱਕ ਤੇ ਉਹ ਕਹਿੰਦੇ ਨੇ ਕਿ ਇੱਕ ਭੈਣ ਜੀ ਨੇ, ਉਹਨਾਂ ਦੇ ਸਰੀਰ ਤੇ ਬੜੀ ਪ੍ਰੋਬਲਮ ਆ ਗਈ ਹੈ, ਆਪ ਜਾਨੀ ਜਾਣ ਜੋ ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਪਿਤਾ। ਇੱਕ ਮੇਰੇ ਪਿਤਾ ਹੋਰ ਅਰਦਾਸ ਹੈ ਬੱਚੇ ਦੇ ਲਈ, ਆਪ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ, ਦੇ ਨਿਰੋਗਤਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਆ ਸੰਗੀ ਦੇ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ